ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਰੋਜ਼ਾਨਾ ਆਨਲਾਈਨ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਵੀਰਾਂ ਭੈਣਾਂ ਨੂੰ ਜੀ ਆਇਆਂ। ਅਸੀਂ ਗੁਰਦੁਆਰਾ ਸੁਧਾਰ ਲਹਿਰ ਦੇ ਉੱਤੇ ਕੁਝ ਹਫ਼ਤੇ ਪਹਿਲਾਂ ਵਿਚਾਰ ਆਰੰਭ ਕੀਤੇ ਸਨ। ਇਹ ਸੁਧਾਰ ਲਹਿਰ ਕਿਉਂ ਚੱਲੀ, ਕਿਹੜੇ ਕਾਰਨਾਂ ਕਰਕੇ ਇਹਦੇ 'ਚ ਗਿਰਾਵਟਾਂ ਆਈਆਂ, ਮਹੰਤਾਂ ਦੇ ਉਦਾਸੀਆਂ ਤੇ ਨਿਰਮਲਿਆਂ ਦਾ ਕੀ ਰੋਲ ਰਿਹਾ, ਸਿੱਖ ਰਾਜ ਵੇਲੇ ਕੀ ਹੋਇਆ, ਅੰਗਰੇਜ਼ ਰਾਜ ਵੇਲੇ ਗੁਰਦੁਆਰਿਆਂ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਸੀ, ਔਰ 1920 ਤੋਂ ਲੈ ਕੇ ਸ਼੍ਰੋਮਣੀ ਕਮੇਟੀ ਦੇ ਬਣਨ ਤੋਂ ਬਾਅਦ ਨਨਕਾਣਾ ਸਾਹਿਬ ਦਾ ਸਾਕਾ, ਉਸ ਤੋਂ ਬਾਅਦ ਗੁਰੂ ਕੇ ਬਾਗ ਦਾ ਮੋਰਚਾ, ਇਹਦੀਆਂ ਵਿਚਾਰਾਂ ਕੁਛ ਅਸੀਂ ਕੀਤੀਆਂ ਹਨ। ਇਸ ਤੋਂ ਅਗਲਾ ਇਤਿਹਾਸ ਗੁਰੂ ਕੇ ਬਾਗ ਦੇ ਮੋਰਚੇ ਤੋਂ ਬਾਅਦ ਜਦੋਂ ਡਾਂਗਾਂ ਤੇ ਸੰਮਾਂ ਨਾਲ ਗੁਰੂ ਕੇ ਪਿਆਰਿਆਂ ਨੂੰ ਕੁੱਟਿਆ ਗਿਆ, ਮਾਰਿਆ ਗਿਆ, ਤਾਂ ਕੁਝ ਗਰਮ ਖਿਆਲ ਵਾਲੇ ਗੁਰੂ ਪਿਆਰਿਆਂ ਨੇ ਇਹ ਵਿਚਾਰ ਕੀਤੀ, ਕਿੰਨਾ ਕੁ ਦੇਰ ਡਾਂਗਾਂ ਦੀ ਮਾਰ ਸਹਿੰਦੇ ਰਹਾਂਗੇ, ਕਿੰਨੀ ਕੁ ਦੇਰ ਤੱਕ ਆਪਣੇ ਪਿੰਡੇ ਤੇ ਇਹ ਜ਼ੁਲਮ ਸਹਿੰਦੇ ਰਹਾਂਗੇ। ਉਹਨਾਂ ਦੀ ਇੱਕ ਨਵੀਂ ਲਹਿਰ ਆਰੰਭ ਹੋਈ, ਜਿਸ ਲਹਿਰ ਦਾ ਨਾਮ ਬੱਬਰ ਅਕਾਲੀ ਲਹਿਰ ਹੋਇਆ। ਉਹਦਾ ਇਤਿਹਾਸ ਵੱਖਰਾ ਹੈ, ਉਸ ਲਹਿਰ ਨੂੰ ਆਪਾਂ ਵੱਖਰਾ ਵਿਚਾਰ ਕਰਾਂਗੇ ਕਿ ਬੱਬਰ ਅਕਾਲੀਆਂ ਦਾ ਕੀ ਇਤਿਹਾਸ ਸੀ। ਇਸ ਤੋਂ ਪਹਿਲਾਂ ਗਦਰੀ ਬਾਬੇ ਆਉਂਦੇ ਹਨ, ਗਦਰੀ ਬਾਬਿਆਂ ਦੀ ਕੀ ਹਿਸਟਰੀ ਹੈ ਜੋ ਸਾਨੂੰ ਪਤਾ ਹੋਣੀ ਚਾਹੀਦੀ ਹੈ, ਕਿ ਅਸੀਂ ਉਸ ਕੌਮ ਦੇ ਵਾਰਸ ਹਾਂ ਜਿਹੜੀ ਕੌਮ ਨੇ ਆਪਣੇ ਪਿੰਡੇ ਦੇ ਉੱਤੇ ਇੰਨੀਆਂ ਮਾਰਾਂ ਸਹੀਆਂ ਹਨ, ਦੇਸ਼ ਦੀ ਆਜ਼ਾਦੀ ਦੇ ਲਈ ਆਪਣਾ ਸਾਰਾ ਕੁਝ ਕੁਰਬਾਨ ਕੀਤਾ। ਜਾਇਦਾਦਾਂ ਵੀ ਵਿਕੁਰਕ ਹੋ ਗਈਆਂ, ਉਹਨਾਂ ਦੀਆਂ ਜ਼ਮੀਨਾਂ ਵਿਕ ਗਈਆਂ, ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਪੈ ਗਏ, ਫਾਂਸੀ ਦੇ ਰੱਸਿਆਂ ਨੂੰ ਚੁੰਮਿਆ। ਅਸੀਂ ਉਸ ਕੌਮ ਦੇ ਵਾਰਸ ਹਾਂ। ਉਸ ਕੌਮ ਦੇ ਵਾਰਸ ਹੋਣ ਦੇ ਨਾਤੇ ਸਾਨੂੰ ਆਪਣਾ ਇਤਿਹਾਸ ਪਿਛੋਕੜ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਮੇਰਾ ਖਿਆਲ ਹੈ ਜਿੰਨੇ ਕੁ ਅਸੀਂ ਬੈਠੇ ਹਾਂ, ਹਾਲੇ ਅਸੀਂ ਆਪਣੇ ਆਪ ਨੂੰ ਕਾਫੀ ਜਾਣਕਾਰ ਸਮਝਦੇ ਹਾਂ। ਇਹਨਾਂ ਵਿੱਚੋਂ ਵੀ ਬਹੁਤਿਆਂ ਨੂੰ ਗਦਰੀ ਬਾਬਿਆਂ ਦੇ ਇਤਿਹਾਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੋਏਗੀ। ਤਾਂ ਅਸੀਂ ਗਦਰੀ ਬਾਬਿਆਂ ਦਾ ਇਤਿਹਾਸ, ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ ਜਿਹੜੀ ਹੈ, ਉਹਦਾ ਇਤਿਹਾਸ ਵੀ ਆਪ ਜੀ ਦੇ ਨਾਲ ਸਾਂਝਾ ਕਰਾਂਗੇ, ਕਿਉਂਕਿ ਹਿਸਟਰੀ ਦੇ ਇੱਕ ਅਹਿਮ ਰੂਪ ਪੱਖ ਹਨ ਜਿਨ੍ਹਾਂ ਨੂੰ ਕੌਮਾਂ ਭਵਿੱਖ ਵਿੱਚ ਅਗਵਾਈ ਦੇ ਤੌਰ ਤੇ ਇਸਤੇਮਾਲ ਕਰ ਸਕਦੀਆਂ ਹਨ। ਔਰ ਅਸੀਂ ਜਿਹੜੇ ਕੌਮ ਦੇ ਦਰਦੀ ਜੁੜਦੇ ਹਾਂ, ਇਸ ਇਤਿਹਾਸ ਤੋਂ ਵੀ ਸੇਧ ਲੈ ਕੇ ਅਸੀਂ ਅੱਗੇ ਵੱਧ ਨੂੰ ਕਦਮ ਵਧਾ ਸਕਦੇ ਹਾਂ। ਅੱਜ ਅਸੀਂ ਗੰਗਸਰ ਜੈਤੋ ਦੀ ਗੱਲ ਕਰਾਂਗੇ। ਬੱਬਰ ਅਕਾਲੀ ਲਹਿਰ, ਗਦਰ ਪਾਰਟੀ, ਗਦਰ ਲਹਿਰ, ਗਦਰੀ ਬਾਬਿਆਂ ਦਾ ਇਤਿਹਾਸ ਅਸੀਂ ਫਿਰ ਵੱਖਰੇ ਵੱਖਰੇ ਵਿਸ਼ਿਆਂ ਦੇ ਵਿੱਚ, ਵੱਖਰੇ ਵੱਖਰੇ ਲੈਕਚਰਾਂ ਵਿੱਚ ਅੱਗੇ ਕਰਦੇ ਰਹਾਂਗੇ। ਗੰਗਸਰ ਦਾ ਇੱਕ ਇਤਿਹਾਸਕ ਗੁਰਦੁਆਰਾ ਜੈਤੋ ਮੰਡੀ ਹੈ, ਉਹਦੇ ਨੇੜੇ ਹੈ, ਉਹਦੇ ਬਿਲਕੁਲ ਨੇੜੇ ਹੈ, ਜੈਤੋ ਮੰਡੀ ਹੈ।
ਇਸੇ ਕਰਕੇ ਇਹਨੂੰ ਗੰਗਸਰ ਜੈਤੋ ਦਾ ਨਾਮ ਦਿੱਤਾ ਜਾਂਦਾ ਹੈ। ਇਸ ਸਥਾਨ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਵਿੱਤਰ ਚਰਨ ਛੋਹਾਂ ਦੀ ਛੂਹ ਮਿਲੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਸਥਾਨ ਹੈ ਜੈਤੋ ਦਾ, ਜਿੱਥੇ ਗੁਰਦੁਆਰਾ ਗੰਗਸਰ ਕਿਹਾ ਜਾਂਦਾ। ਜੈਤੋ ਮੰਡੀ ਅਸੀਂ ਦੇਖਦੇ ਹਾਂ, ਬਠਿੰਡੇ ਤੋਂ ਅਸੀਂ ਕੋਟਕਪੂਰਾ ਜਾਈਏ ਜਾਂ ਇਉਂ ਕਹਿ ਲਈਏ ਕਿ ਅੱਗੇ ਕੋਟਕਪੂਰੇ ਤੋਂ ਅੱਗੇ ਫਿਰੋਜ਼ਪੁਰ ਨੂੰ ਨਿਕਲਣਾ ਹੋਵੇ, ਜਾਂ ਰੇਲਵੇ ਲਾਈਨ ਜਿਹੜੀ ਬਠਿੰਡੇ ਤੋਂ ਫਿਰੋਜ਼ਪੁਰ ਨੂੰ ਜਾਂਦੀ ਹੈ, ਤੇ ਉਹਦੇ ਉੱਤੇ ਇੱਕ ਛੋਟਾ ਜਿਹਾ ਸਟੇਸ਼ਨ ਜੈਤੋ ਹੈ। ਅੱਜ ਕੱਲ੍ਹ ਤਾਂ ਕਾਫੀ ਵੱਡੀ ਮੰਡੀ ਬਣ ਗਈ, ਔਰ ਇਹ ਜੈਤੋ ਦੇ ਉੱਤੇ, ਜੈਤੋ ਦੀ ਮੰਡੀ ਵਿੱਚ ਖਾਸ ਕਰਕੇ ਨਰਮਾ ਜਾਂ ਕਪਾਹ, ਇਹ ਫਸਲਾਂ ਬਹੁਤ ਜ਼ਿਆਦਾ ਉਸ ਇਲਾਕੇ ਵਿੱਚ ਹੁੰਦੀਆਂ ਸਨ। ਤੋ ਜੈਤੋ ਦੀ ਮੰਡੀ ਬਹੁਤ ਵੱਡੀ ਇਹ ਮੰਡੀ ਅੱਜ ਕੱਲ੍ਹ ਉੱਥੇ ਮੰਨੀ ਜਾਂਦੀ ਹੈ। ਤੇ ਜਦੋਂ ਤੇ ਜੇਕਰ ਅਸੀਂ ਕਰ ਰਹੇ ਹਾਂ, ਜਾਂ ਗੰਗਸਰ ਜੈਤੋ ਦੀ ਗੱਲ ਅਸੀਂ ਕਰ ਰਹੇ ਹਾਂ, ਆਪ ਜੀ ਨਾਲ ਮੈਂ ਜੋ ਵਿਚਾਰਾਂ ਕਰ ਰਿਹਾ ਹਾਂ, ਇਹ ਉਸ ਵੇਲੇ ਨਾਭੇ ਰਾਜੇ ਦਾ ਇਲਾਕਾ ਹੁੰਦਾ ਸੀ। ਨਾਭਾ ਰਿਆਸਤ ਦਾ ਰਾਜਾ ਸੀ, ਰਾਜੇ ਦਾ ਉਹਦਾ ਇਲਾਕੇ ਗੰਗਸਰ ਜੈਤੋ ਹੁੰਦਾ ਸੀ। ਇਹ ਮੋਰਚਾ ਨਾਭਾ ਰਾਜ ਵਿੱਚ ਹੀ ਕਿਉਂ ਲੱਗਾ, ਇਹਦੀ ਧਾਰਮਿਕ ਇੰਪੋਰਟੈਂਸ ਕੀ ਹੈ, ਅਹਿਮੀਅਤ ਕੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਆਪਣੇ ਹੱਥ ਵਿੱਚ ਕਿਉਂ ਲਿਆ, ਇਹਦੇ ਕੀ ਕਾਰਨ ਸਨ। ਕੁਝ ਅਜਿਹੇ ਸਵਾਲ ਸਾਡੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਦੇ ਉੱਤਰ ਇਸ ਮੋਰਚੇ ਦੀ ਸਹੀ ਹਾਲਤ ਨੂੰ ਸਮਝਣ ਦੇ ਲਈ ਬਹੁਤ ਜ਼ਰੂਰੀ ਹਨ, ਜਿਨ੍ਹਾਂ ਦੇ ਜਵਾਬ ਜਿਹੜੇ ਹਨ ਉਹ ਜ਼ਰੂਰੀ ਹਨ। ਤੋ ਇਹ ਮੈਂ ਬੇਨਤੀ ਕਰਦਾ ਹਾਂ ਵੀ ਇਹ ਸਾਨੂੰ ਇਹਦੇ ਬਾਰੇ, ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ। ਨਾਭਾ ਫੂਲਕੀਆਂ ਰਿਆਸਤਾਂ ਵਿੱਚੋਂ ਇੱਕ ਰਿਆਸਤ ਸੀ। ਭਾਈ ਫੂਲ, ਤੁਹਾਨੂੰ ਯਾਦ ਹੋਏਗਾ, ਫੂਲ ਤੇ ਸੰਧਲੀ ਦੋ ਬੱਚੇ ਸਨ ਜਿਹੜੇ ਯਤੀਮ ਹੋ ਗਏ। ਫੂਲ ਤੇ ਸੰਧਲੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਆਏ ਸਨ, ਤੇ ਉਹਨਾਂ ਦੇ ਜਿਹੜੇ ਪਾਲਣ ਪੋਸ਼ਣ ਕਰਨ ਵਾਲੇ ਸੰਬੰਧੀ ਸਨ ਉਹ ਲੈ ਕੇ ਆਏ। ਉਹ ਆਉਂਦਿਆਂ ਉਹਨਾਂ ਨੇ ਆਪਣੇ ਪੇਟ ਤੇ ਇਸ ਤਰ੍ਹਾਂ ਹੱਥ ਮਾਰਨੇ ਸ਼ੁਰੂ ਕਰ ਦਿੱਤੇ। ਉਹਨੂੰ ਪੁੱਛਿਆ ਗਿਆ, ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਪੁੱਛਿਆ ਵੀ ਇਹ ਕੌਣ ਨੇ, ਤਾਂ ਉਹਨਾਂ ਦਾ ਜਵਾਬ ਸੀ ਵੀ ਇਹ ਇਹਨਾਂ ਦੇ ਮਾਂ-ਬਾਪ ਨਹੀਂ ਹਨ, ਇਹ ਯਤੀਮ ਹੋ ਗਏ ਹਨ। ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਕਿਹਾ ਇਹਨਾਂ ਦੀ ਔਲਾਦ ਤਾਂ ਰਾਜ ਕਰੇਗੀ, ਇਹਨਾਂ ਦੀ ਔਲਾਦ ਰਾਜ ਕਰੇਗੀ। ਭਾਈ ਫੂਲ, ਤਾਂ ਇੱਥੋਂ ਨਾਮ ਫੂਲਕੀਆਂ ਰਿਆਸਤਾਂ ਪਿਆ। ਅੱਜ ਜਿਹੜਾ ਫੂਲਕਾ ਨਾਮ ਹੈ, ਇਹ ਵੀ ਉਸ ਰਿਆਸਤ ਦੇ ਵਿੱਚੋਂ ਜਾਂ ਉਸ ਪਰਿਵਾਰ, ਉਸ ਖਾਨਦਾਨ ਦੇ ਵਿੱਚੋਂ ਹਨ ਜਿਹੜੇ ਫੂਲਕੇ ਲਫ਼ਜ਼ ਅੱਜ ਕੱਲ੍ਹ ਆਪਣੇ ਆਪ ਨੂੰ ਨਾਲ ਜੋੜਿਆ ਜਾਂਦਾ ਹੈ। ਇਤਿਹਾਸ ਦੀ ਮੈਂ ਜਾਣਕਾਰੀ ਤਾਂ ਦੇ ਰਿਹਾ ਵੀ ਸਾਨੂੰ ਇਹ ਥੋੜੀ ਜਿਹੀ ਜਾਣਕਾਰੀ ਹੋਣੀ ਚਾਹੀਦੀ ਹੈ। ਭਾਈ ਫੂਲ ਨੂੰ ਗੁਰੂ ਹਰਿਰਾਏ ਸਾਹਿਬ ਜੀ ਦੀ ਬਖਸ਼ਿਸ਼ ਨਾਲ ਰਾਜ ਭਾਗ ਪ੍ਰਾਪਤ ਹੋਇਆ, ਦੂਜੇ ਲਫ਼ਜ਼ਾਂ ਸੀ ਕਿਉਂ ਕਹਿ ਸਕਦੇ। ਇਸ ਤੋਂ ਬਾਅਦ ਭਾਈ ਫੂਲ ਦੇ ਜਿਹੜੇ ਸਪੁੱਤਰ ਸੀ, ਭਾਈ ਤਲੋਕਾ ਤੇ ਭਾਈ ਰਾਮਾ, ਇਹਨਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਖੁਸ਼ੀ ਹੋਈ, ਅਤੇ ਆਪ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਨ 1696 ਦੇ ਵਿੱਚ ਇੱਕ ਚਿੱਠੀ ਲਿਖੀ, ਜਿਹਦੇ ਵਿੱਚ ਉਹਨਾਂ ਨੇ ਭਾਈ ਤਲੋਕਾ ਤੇ ਭਾਈ ਰਾਮਾ ਦੇ ਘਰ ਨੂੰ ਇਹ ਲਿਖਿਆ, ਤੇਰਾ ਘਰ ਮੇਰਾ ਘਰ ਕਹਿ ਕੇ ਨਵਾਜਿਆ ਸੀ। ਤੇ ਤੇਰਾ ਘਰ ਮੇਰਾ ਘਰ, ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਸੀ, ਮਰਦਾਨਿਆ ਤੇਰਾ ਵਾਕਈ ਤੇਰਾ ਮੇਰਾ ਕੋਈ ਫਰਕ ਨਹੀਂ, ਜਿਸ ਉੱਤੇ ਤੇਰੀ ਨਜ਼ਰ ਉਸ ਉੱਤੇ ਮੇਰੀ ਨਜ਼ਰ, ਉੱਥੇ ਤੇਰਾ ਘਰ ਉੱਥੇ ਮੇਰਾ ਘਰ, ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ। ਇਹ ਚਿੱਠੀ ਲਿਖ ਕੇ ਵੀ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1696 ਦੇ ਵਿੱਚ। ਇਹ ਜਿਹੜੇ ਮਹੀਨੇ ਆਉਂਦੇ ਨੇ, ਇਹ ਕਹਿ ਲਈ ਅਗਸਤ ਸਤੰਬਰ ਦਾ ਜਾਂ ਭਾਦਰੋਂ ਦਾ ਮਹੀਨਾ ਉਸ ਲਈ ਕਿਹਾ ਜਾਂਦਾ, ਜਿਹੜਾ ਦੇਸੀ ਮਹੀਨੇ ਹੁੰਦੇ ਆ, ਉਹ ਅਗਸਤ ਜਾਂ ਸਤੰਬਰ ਦਾ ਮਹੀਨਾ ਹੀ ਬਣੇਗਾ। ਤੇ ਉਹਦੇ ਵਿੱਚ ਇੱਕ ਪੱਤਰ ਲਿਖ ਕੇ ਭੇਜਿਆ, ਤੇਰਾ ਘਰ ਮੇਰਾ ਘਰ, ਇਹ ਕਹਿ ਕੇ ਉਹਨਾਂ ਨੂੰ ਮਾਣ ਬਖਸ਼ਿਸ਼ ਕੀਤਾ ਸੀ। ਇਹਨਾਂ ਨੇ ਸਤਿਗੁਰੂ ਜੀ ਦੇ ਹੱਥੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਭਾਈ ਤਲੋਕ ਸਿੰਘ ਤੇ ਭਾਈ ਰਾਮ ਸਿੰਘ ਬਣੇ। ਭਾਈ ਤਲੋਕਾ ਤੇ ਰਾਮਾ ਤੋਂ ਭਾਈ ਤਲੋਕ ਸਿੰਘ ਤੇ ਭਾਈ ਰਾਮ ਸਿੰਘ ਬਣ ਗਏ। ਗੁਰੂ ਜੀ ਦੇ ਨਾਲ ਇਹ ਕਈ ਯੁੱਧਾਂ ਵਿੱਚ ਆਪਣੇ ਜਵਾਨਾਂ ਦੇ ਨਾਲ ਹਮੇਸ਼ਾ ਹੀ ਹਾਜ਼ਰ ਰਹਿੰਦੇ। ਤੇ ਭਾਈ ਤਰਲੋਕ ਸਿੰਘ ਜੀ ਦੇ ਜਿਹੜੇ ਅੱਗੋਂ ਪੜਪੋਤੇ ਸੀ, ਗ੍ਰੈਂਡਸਨ ਤੋਂ ਅੱਗੇ ਅਗਲਾ ਜਿਹੜਾ ਪੀੜ੍ਹੀ ਹੁੰਦੀ ਹੈ, ਜਿਹਨੂੰ ਪੜਪੋਤੇ ਗ੍ਰੇਟ ਗ੍ਰੈਂਡਸਨ ਅਸੀਂ ਕਹਿ ਲਈਏ,
ਉਹ ਭਾਈ ਹਮੀਰ ਸਿੰਘ ਨੇ ਨਾਭਾ ਰਾਜ ਦੀ ਨੀਂਹ ਰੱਖੀ ਸੀ। ਹੁਣ ਇੱਥੋਂ ਇਹ ਜਿਹੜਾ ਨਾਭਾ ਰਿਆਸਤ ਹੈ, ਇਹ ਗੁਰੂ ਕਾਲ ਤੋਂ ਇਹਦਾ ਪਿਛੋਕੜ ਜੁੜਦਾ ਹੈ। ਗੁਰੂ ਹਰਿਰਾਏ ਸਾਹਿਬ ਤੋਂ ਸ਼ੁਰੂ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਇਹ ਇਤਿਹਾਸ ਇਸ ਤਰ੍ਹਾਂ ਚੱਲਦਾ ਆਉਂਦਾ ਹੈ। ਇਸ ਰਾਜ ਘਰਾਣੇ ਵਿੱਚ ਮਹਾਰਾਜਾ ਹੀਰਾ ਸਿੰਘ ਤੋਂ ਬਾਅਦ ਯੁਵਰਾਜ ਟਿੱਕਾ ਰੁਪਦਮਨ ਸਿੰਘ 24 ਜਨਵਰੀ ਸਨ 1912 ਨੂੰ ਨਾਭੇ ਦੀ ਰਾਜਗੱਦੀ ਤੇ ਬੈਠਦੇ ਹਨ। 24 ਜਨਵਰੀ 1912 ਇਹ ਰਾਜਗੱਦੀ ਤੇ ਬੈਠਦੇ ਹਨ। ਉਸ ਵੇਲੇ ਉਹਨਾਂ ਦੀ ਉਮਰ ਕੁੱਲ 28 ਸਾਲ ਦੀ ਸੀ, ਕਿਉਂਕਿ ਨੌਜਵਾਨ ਸਨ। 28 ਸਾਲ ਦੀ ਉਮਰ ਸੀ ਉਸ ਟਿੱਕਾ ਰੁਪਦਮਨ ਸਿੰਘ ਜੀ ਦੀ। ਇਸ ਤੋਂ ਪਹਿਲਾਂ ਸਨ 1906 ਤੋਂ ਲੈ ਕੇ 1908 ਤੱਕ 2 ਸਾਲ ਹਿੰਦੁਸਤਾਨ ਦੇ ਅੰਗਰੇਜ਼ ਗਵਰਨਰ ਜਨਰਲ ਦੀ ਕੌਂਸਲ ਦੇ ਉਹ ਮੈਂਬਰ ਰਹਿ ਚੁੱਕੇ ਸਨ। ਇਹਨਾਂ ਦੀ ਪਹਿਲੀ ਉਮਰੇ ਸਾਰੀ ਪਾਲਣਾ ਪੋਸ਼ਣਾ ਤੇ ਪੜ੍ਹਾਈ ਜਿਹੜੀ ਸੀ ਉਹ ਸਿੱਖੀ ਮਾਹੌਲ ਦੇ ਅੰਦਰ ਰਹਿਤਵੰਨ ਗੁਰਸਿੱਖ ਵਿਦਵਾਨਾਂ ਦੇ ਹੱਥਾਂ ਵਿੱਚ ਹੋਈ ਸੀ, ਕਿਉਂਕਿ ਖਾਨਦਾਨਾਂ ਦਾ ਉਹਨਾਂ ਦੇ ਨਾਲ ਸੰਬੰਧ ਸੀ। ਇਸ ਕਾਰਨ ਇਹਨਾਂ ਦੇ ਅੰਦਰ ਵੀ ਸ਼ੁਰੂ ਤੋਂ ਹੀ ਸਿੱਖੀ ਦਾ ਜਿਹੜਾ ਜਜ਼ਬਾ ਸੀ ਤੇ ਪੰਥਕ ਪਿਆਰ ਜਿਹੜਾ ਸੀ ਉਹ ਬਹੁਤ ਜ਼ਿਆਦਾ ਘਰ ਕਰ ਚੁੱਕਾ ਸੀ। ਸਾਰੀ ਜ਼ਿੰਦਗੀ ਇਹਨਾਂ ਦੇ ਉੱਤੇ ਉਹ ਸਿੱਖੀ ਦੇ ਪੰਥਕ ਜਜ਼ਬੇ ਦਾ ਪ੍ਰਭਾਵ ਜਿਹੜਾ ਦੇਖਣ ਨੂੰ ਮਿਲਦਾ ਹੈ। ਜਦੋਂ ਇਹ ਗਵਰਨਰ ਜਨਰਲ ਦੇ ਮੈਂਬਰ ਨਾਮਜ਼ਦ ਹੋਏ, ਜਿਹਨਾਂ ਨੂੰ ਨੋਮੀਨੇਟ ਕੀਤਾ ਗਿਆ, ਉਦੋਂ ਜੰਗ ਨੌਜਵਾਨ ਸੀ। ਕੌਂਸਲ ਵਿੱਚ ਪਹਿਲੇ ਮੈਂਬਰ ਪਹਿਲੇ ਇਹਨਾਂ ਨੇ ਆਨੰਦ ਮੈਰਿਜ ਬਿੱਲ, ਆਨੰਦ ਮੈਰਿਜ ਕਾਨੂੰਨ, ਆਨੰਦ ਵਿਆਹ ਕਾਨੂੰਨ ਜਿਹੜਾ ਸੀ ਪੇਸ਼ ਕੀਤਾ ਤੇ ਉਹਨਾਂ ਦਾ ਸਿੱਖੀ ਜਜ਼ਬਾ ਪ੍ਰਗਟ ਹੋਇਆ। ਉੱਥੋਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਸਿੱਖੀ ਜਜ਼ਬਾ ਪ੍ਰਗਟ ਹੋਇਆ। ਇਹ ਗੱਲ ਵੱਖਰੀ ਹੈ ਕਿ ਅੱਜ ਤੱਕ ਵੀ ਸਾਨੂੰ ਵੱਖਰਾ ਐਕਟ ਨਹੀਂ ਮਿਲ ਸਕਿਆ, ਲੇਕਿਨ ਉਸ ਵੇਲੇ 1909 ਦੇ ਵਿੱਚ ਟਿੱਕਾ ਰੁਪਦਮਨ ਸਿੰਘ ਜੀ ਨੇ ਅੰਗਰੇਜ਼ਾਂ ਦੀ ਜਿਹੜੀ ਕੌਂਸਲ ਸੀ, ਜਨਰਲ ਕੌਂਸਲ ਦੇ ਵਿੱਚ ਆਨੰਦ ਕਾਨੂੰਨ ਜਿਹੜਾ ਸੀ ਉਹ ਪੇਸ਼ ਕੀਤਾ। ਇਸ ਤੋਂ ਪਹਿਲਾਂ ਮੁਸਲਮਾਨਾਂ ਦੇ ਨਿਕਾਹ ਅਤੇ ਹਿੰਦੂਆਂ ਦੇ ਵੈਦਿਕ ਰੀਤੀ ਵਾਲੇ ਵਿਆਹ, ਗੁਰਮਤ ਦਾ ਆਨੰਦ ਵਿਆਹ ਕਾਨੂੰਨ ਦਾ ਕੋਈ ਕਾਨੂੰਨ ਪ੍ਰਵਾਨ ਨਹੀਂ ਸੀ। 1909 ਤੋਂ ਪਹਿਲਾਂ ਕਾਨੂੰਨ ਨਹੀਂ ਸੀ ਬਣਿਆ। ਆਨੰਦ ਹੁੰਦੇ ਸਨ ਲੇਕਿਨ ਕਾਨੂੰਨ ਨਹੀਂ ਸੀ ਬਣਿਆ। ਸਿੱਖ ਲੜਕੇ ਲੜਕੀ ਦਾ ਵਿਆਹ ਇਹ ਕਹਿ ਲਓ ਭਾਵੇਂ ਬ੍ਰਾਹਮਣ ਵੈਦਿਕ ਰੀਤੀ ਨਾਲ ਨਹੀਂ ਸੀ ਕਰਾਉਂਦਾ, ਪਰ ਕਾਨੂੰਨ ਦੀ ਨਜ਼ਰ ਵਿੱਚ ਉਹਨਾਂ ਦਾ ਪਤੀ ਪਤਨਾ ਹੋਣਾ ਪਰਵਾਹ ਨਹੀਂ ਸੀ ਕੀਤਾ ਜਾਂਦਾ, ਕਿਉਂਕਿ ਇਹ ਉਹ ਕਾਨੂੰਨੀ ਮਾਨਤਾ ਉਸ ਐਕਟ ਨੂੰ ਨਹੀਂ ਸੀ ਮਿਲੀ। ਜਾਂ ਕਹਿ ਲਓ ਕਿ ਸਿੱਖ ਨੂੰ ਬ੍ਰਾਹਮਣ ਦਾ ਦਬੇਲ ਬਰਾਈ ਰੱਖਣ ਲਈ ਜਾਂ ਬ੍ਰਾਹਮਣ ਦੇ ਅਧੀਨ ਰੱਖਣ ਦੇ ਲਈ, ਇਹ ਸਿੱਖਾਂ ਦੀ ਨਿਆਰੀ ਹੋਂਦ ਨੂੰ ਖਤਮ ਕਰਨ ਦੇ ਲਈ ਇਹ ਇੱਕ ਵੱਡੀ ਮਸਲਾ ਸੀ ਜਿਹੜਾ ਉਸ ਵੇਲੇ ਚੱਲਦਾ ਸੀ। ਟਿੱਕਾ ਰੁਪਦਮਨ ਸਿੰਘ ਨੇ ਕੌਂਸਲ ਵਿੱਚ ਪਹਿਲੀ ਵਾਰੀ ਆਨੰਦ ਵਿਆਹ ਨੂੰ ਕਾਨੂੰਨੀ ਮਹਾਨਤਾ ਦੇਣ ਦੇ ਲਈ ਜਾਂ ਬਿੱਲ ਪੇਸ਼ ਕੀਤਾ। ਭਾਵੇਂ ਉਹਨਾਂ ਦੇ ਯਤਨਾਂ ਦੇ ਬਾਵਜੂਦ ਵੀ ਇਹ ਬਿੱਲ ਪਾਸ ਨਾ ਉਸ ਵੇਲੇ ਤਾਂ ਪਾਸ ਨਾ ਹੋ ਸਕਿਆ, ਪਰ ਉਹਨਾਂ ਦਾ ਇਹ ਜਿਹੜਾ ਕੰਮ ਸੀ ਇਹ ਸਿੱਖੀ ਜਜ਼ਬੇ ਨੂੰ ਜ਼ਰੂਰ ਪ੍ਰਗਟ ਕਰਦਾ ਹੈ। ਇਹਨਾਂ ਅੰਦਰ ਸਿੱਖੀ ਦੀ ਨਿਆਰੇਪਨ ਜਾਂ ਸਿੱਖੀ ਵਿਚਾਰਧਾਰਾ ਦਾ ਕਿੰਨਾ ਜਜ਼ਬਾ ਸੀ। ਉਹਨਾਂ ਦੇ ਕੌਂਸਲ ਦੇ ਮੈਂਬਰ ਰਹਿਣ ਸਮੇਂ ਦੇ ਹੋਰ ਕਈ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਹਨ ਉਹ ਮਿਲਦੀਆਂ ਹਨ, ਜਿਨ੍ਹਾਂ ਤੋਂ ਉਹਨਾਂ ਦੀ ਸਿੱਖੀ ਸਪਿਰਿਟ ਜਿਹੜੀ ਹੈ ਸਾਬਤ ਹੁੰਦੀ ਹੈ। 2 ਲੈਕਚਰ ਉਹਨਾਂ ਦੇ ਜਿਹੜੇ ਹਨ ਉਹ ਮੈਂ ਜ਼ਰੂਰ ਆਪ ਜੀ ਦੇ ਨਾਲ ਇੱਥੇ ਸਾਂਝੇ ਕਰਾਂਗਾ, ਜਿਹੜੇ ਉਹਨਾਂ ਦੇ ਨਾਲ ਆਜ਼ਾਦ ਖਿਆਲ ਹੋਣ ਦਾ ਔਰ ਸਿੱਖੀ ਜਜ਼ਬੇ ਦੇ ਵਿਚਾਰਾਂ ਨੂੰ ਪ੍ਰਗਟ ਕਰਦਾ ਹੈ। ਪਹਿਲਾਂ ਅਸੀਂ ਸਨ 1907 ਵਿੱਚ ਬਜਟ ਤੇ ਦੇਸ਼ ਦੀ ਰੱਖਿਆ ਦੇ ਜਿਹੜਾ ਜਦੋਂ ਆਇਆ ਬਜਟ ਪੇਸ਼ ਹੋਇਆ ਤਾਂ ਦੇਸ਼ ਦੀ ਰੱਖਿਆ ਦਾ ਇੱਕ ਅੰਕ ਆਇਆ, ਜਾਂ ਜਦੋਂ ਅਸੀਂ ਪੁਆਇੰਟ ਕਹਿੰਦੇ ਆ ਆਇਆ, ਤਾਂ ਟਿੱਕਾ ਸਾਹਿਬ ਨੇ ਇਹ ਗੱਲ ਕਹੀ, ਮੈਂ ਸੁਝਾਅ ਇਹ ਸੁਝਾਅ ਨਹੀਂ ਦੇਣਾ ਚਾਹੁੰਦਾ ਕਿ ਦੇਸ਼ ਦੀ ਸੈਨਾ ਵਧਾਈ ਜਾਵੇ, ਸਗੋਂ ਮੇਰੇ ਵਿਚਾਰ ਵਿੱਚ ਦੇਸ਼ ਉੱਪਰ ਭੀੜ ਪੈਣ ਸਮੇਂ ਨਿਰੀਆਂ ਤਨਖਾਹਦਾਰ ਫੌਜਾਂ ਤੇ ਭਰੋਸਾ ਕਰੀ ਰੱਖਣਾ ਦੇਸ਼ ਦੀ ਚੰਗੀ ਰੱਖਿਆ ਨੀਤੀ ਨਹੀਂ ਹੈ। ਮਤਲਬ ਉਹਨਾਂ ਦੇ ਜਿਹੜੇ ਵਿਚਾਰ ਸੀ। ਇਸ ਲਈ ਮੈਂ ਚਾਹਾਂਗਾ ਕਿ ਦੇਸ਼ ਵਿੱਚ ਕੌਮੀ ਸੈਨਾ ਇਹ ਤਿਆਰ ਕੀਤੀ ਜਾਵੇ ਜੋ ਰਿਜ਼ਰਵ ਫੋਰਸ ਦਾ ਕੰਮ ਦੇਵੇ ਤੇ ਲੋੜ ਪੈਣ ਤੇ ਬਕਾਇਦਾ ਭਰਤੀ ਕੀਤੀ ਸੈਨਾ ਦੇ ਨਾਲ ਮਦਦ ਕਰੇ ਜਾਂ ਹੱਥ ਵਟਾਵੇ। ਮੇਰੀ ਇਹ ਤਜਵੀਜ਼ ਹੈ ਕਿ ਬਹੁਤ ਸਾਰੇ ਚੰਗੇ ਸਰੀਰਾਂ ਵਾਲੇ ਗੱਭਰੂ ਨੂੰ ਫੌਜੀ ਸਿਖਲਾਈ ਦੇ ਕੇ ਅਜਿਹੀ ਇੱਕ ਰਿਜ਼ਰਵ ਫੋਰਸ ਤਿਆਰ ਕੀਤੀ ਜਾਵੇ, ਜਿਸ ਦਾ ਪਹਿਲਾ ਤਜਰਬਾ ਪੰਜਾਬ ਵਿੱਚ ਕੀਤਾ ਜਾਵੇ ਤੇ ਇਸ ਵਿੱਚ ਸਫਲ ਹੋਣ ਤੋਂ ਬਾਅਦ ਹੋਰ ਸੂਬਿਆਂ ਵਿੱਚ ਇਸ ਨੂੰ ਲਾਗੂ ਕੀਤਾ ਜਾਵੇ। ਮੈਂ ਤਜਵੀਜ਼ ਕਰਨ ਦਾ ਹੌਸਲਾ ਕਰਦਾ ਹਾਂ ਕਿ ਹਰ ਰਿਸ਼ਟ ਪੁਸ਼ਟ ਨੌਜਵਾਨ ਸਿੱਖ ਨੂੰ ਫੌਜੀ ਟ੍ਰੇਨਿੰਗ ਦੇਣੀ ਜ਼ਰੂਰੀ ਹੈ। ਇਹ ਉਹਨਾਂ ਨੇ ਇੱਕ ਬਿੱਲ ਪੇਸ਼ ਕੀਤਾ
1907 ਦੇ ਵਿੱਚ। ਦੂਜਾ ਸੀ ਕੌਂਸਲ ਦੇ ਇੱਕ ਸਮਾਗਮ ਵਿੱਚ ਨਸ਼ਿਆਂ ਦੀ ਵਰਤੋਂ ਦੇ ਖਿਲਾਫ ਬੋਲਦਿਆਂ ਉਹਨਾਂ ਨੇ ਇੱਕ ਤਕਰੀਰ ਕੀਤੀ। ਮੈਨੂੰ ਪਤਾ ਹੈ ਕਿ ਅਫੀਮ ਤੇ ਨਸ਼ੇ ਵਾਲੀਆਂ ਹੋਰ ਚੀਜ਼ਾਂ ਤੋਂ ਵਸੂਲੇ ਜਾਂਦੇ ਟੈਕਸ ਸਰਕਾਰ ਦੀ ਆਮਦਨ ਦੇ ਵੱਡੇ ਜ਼ਰੀਏ ਹਨ, ਵੱਡੇ ਵਸੀਲੇ ਹਨ। ਪਰ ਮੈਂ ਇਹ ਕਹਿਣ ਦੀ ਖੁੱਲ੍ਹ ਲੈਂਦਾ ਹਾਂ ਕਿ ਆਮਦਨੀ ਜਨਤਾ ਦੀ ਇਖਲਾਕੀ ਪਤਨ ਦੇ ਸਾਧਨਾਂ ਤੋਂ ਪੈਦਾ ਕੀਤੀ ਜਾ ਰਹੀ ਹੈ। ਦੇਖੋ ਕਿੰਨੀ ਕਮਾਲ ਦੀ ਗੱਲ ਸੀ ਜਿਹੜੀ ਅੱਜ ਦਾ ਜਿਹੜੇ ਪੰਜਾਬ ਦੀ ਗਵਰਨਮੈਂਟ ਦਾ ਮੇਨ ਰੈਵਨਿਊ ਦਾ ਕਾਰਨ ਸ਼ਰਾਬ ਹੈ। ਹੁਣ ਅੱਜ ਕੱਲ੍ਹ ਉੱਥੇ ਅਫੀਮ ਦੀ ਖੇਤੀ ਨੂੰ ਜਿਹੜੀ ਹੈ ਉਹ ਪ੍ਰਵਾਨਗੀ ਦੇਣ ਲੱਗੇ ਆ ਕਿ ਅਫੀਮ ਦੀ ਖੇਤੀ ਵੀ ਜਿਹੜੀ ਕੀਤੀ ਜਾਏ ਤੇ ਤਦ ਕਿ ਸਾਡਾ ਹਲਵਾ ਮਾਂਡਾ ਚੱਲਦਾ ਰਹੇ। The revenue is collected at the expense of the cause of mortality। ਇਹ ਮੈਨੂੰ ਪਰਵਾਹ ਨਹੀਂ ਹੈ। ਫਿਰ ਅੱਗੇ ਸੀ ਤੀਜੇ ਦਰਜੇ ਦੇ ਜਿਹੜੇ ਰੇਲਵੇ ਦੇ ਮੁਸਾਫਰ ਦੀ ਜਿਹੜੀ ਸਫ਼ਰ ਕਰਦੇ ਸਨ, ਉਹਨਾਂ ਨੇ ਉਹਦੇ ਇੱਕ ਨਕਸ਼ਾ ਖਿੱਚ ਕੇ ਪੇਸ਼ ਕੀਤਾ ਇੱਕ ਬਿੱਲ ਵੀ ਉਹਨਾਂ ਕਿਹਾ ਅਜਿਹੇ ਅਵਸਰਾਂ ਤੇ ਮੇਲੇ ਜਦੋਂ ਲੱਗਦੇ ਸੀ ਉਹਨਾਂ ਨਾਲ ਬੰਦਿਆਂ ਵਾਲਾ ਸਲੂਕ ਨਹੀਂ ਹੁੰਦਾ, ਜਿਹੜੇ ਅੱਜ ਨੂੰ ਅਸੀਂ 3 ਟਾਇਰ ਕਹਿ ਦਿੰਦੇ ਆ ਜਾਂ ਤੀਜਾ ਦਰਜਾ ਕਹਿ ਦਿੰਦੇ ਆ। ਉਹ ਸਗੋਂ ਉਹਨਾਂ ਨੂੰ ਰੇਲ ਦੇ ਛਕੜਿਆਂ ਵਿੱਚ ਇਉਂ ਡੱਕਿਆ ਜਾਂਦਾ ਹੈ ਜਿਵੇਂ ਉਹ ਮੁਰਦਾ ਹੋਣ ਜਾਂ ਸਾਹਸੀਨ ਹੋਣ, ਜਦ ਕਿ ਰੇਲ ਦੇ ਬਜਟ ਵਿੱਚ 568 ਲੱਖ ਰਕਮ ਰੱਖੀ ਜਾ ਰਹੀ ਹੈ। ਇਨਸਾਨੀਅਤ ਤੇ ਇਨਸਾਫ ਇਸ ਗੱਲ ਦੀ ਮੰਗ ਕਰਦੇ ਹਨ ਕਿ ਤੀਜੇ ਦਰਜੇ ਦੇ ਮੁਸਾਫਰਾਂ ਦੀ ਤਕਲੀਫਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ। ਉੱਥੇ ਇੱਕ ਹੋਰ ਜ਼ਿਕਰ ਆਉਂਦਾ ਹੈ 1907 ਦਾ ਹੀ, ਜਦੋਂ ਨਵੰਬਰ 1907 ਵਿੱਚ ਸਰਕਾਰ ਵੱਲੋਂ ਪ੍ਰੀਵੈਂਸ਼ਨ ਆਫ ਸੈਡੀਟਸ ਮੀਟਿੰਗ ਬਿੱਲ ਬਾਗਿਆਨਾ ਜਲਸਿਆਂ ਨੂੰ ਰੋਕਣ ਵਾਲਾ ਕਾਨੂੰਨ ਜਿਹੜਾ ਸੀ ਉਹ ਪੇਸ਼ ਕੀਤਾ ਗਿਆ, ਤਾਂ ਟਿੱਕਾ ਸਾਹਿਬ ਨੇ ਬਿੱਲ ਦੀਆਂ ਵੱਖ-ਵੱਖ ਧਾਰਾਵਾਂ ਦੇ ਉੱਤੇ ਇਹ ਬਹਿਸ ਕਰਦਿਆਂ ਹੋਇਆ ਇਹ ਕਹਿੰਦੇ ਹੋਏ ਇਸ ਬਿੱਲ ਦੀ ਮਾਰ ਤੋਂ ਸਮਾਜਿਕ ਤੇ ਧਾਰਮਿਕ ਜਲਸਿਆਂ ਨੂੰ ਵੀ ਸੁਰੱਖਿਅਤ ਨਹੀਂ ਕੀਤਾ ਗਿਆ। ਆਪਣੇ ਭਾਸ਼ਣ ਨੂੰ ਉਹਨਾਂ ਨੇ ਸ਼ਬਦਾਂ ਨੂੰ ਖਤਮ ਕੀਤਾ, ਮੈਨੂੰ ਅਫਸੋਸ ਹੈ ਕਿ ਉਕਤ ਦਲੀਲਾਂ ਦੇ ਆਧਾਰ ਤੇ ਮੈਂ ਇਸ ਬਿੱਲ ਜਿਸ ਤਰ੍ਹਾਂ ਇਹ ਪੇਸ਼ ਕੀਤਾ ਗਿਆ ਉਸ ਦਾ ਪੂਰੀ ਤਰ੍ਹਾਂ ਵਿਰੋਧ ਕਰਦਾ। ਇਹ ਦੇਖੋ ਇਹ ਅੱਜ ਨਹੀਂ ਹੈ, ਉਦੋਂ ਵੀ ਸਰਕਾਰਾਂ ਇਹੀ ਕੁਝ ਕਰਦੀਆਂ ਸੀ ਵੀ ਜਦੋਂ ਅੱਜ ਵੀ ਇਹੋ ਕੁਝ ਹੋ ਰਿਹਾ ਹੈ ਕਿ ਉਹਨਾਂ ਦੇ ਧਾਰਮਿਕ ਜਿਨ੍ਹਾਂ ਤੇ ਪਾਬੰਦੀ ਲਾ ਦਿਓ, ਕਿਰਪਾਨਾਂ ਪਾ ਕੇ ਤੁਸੀਂ ਐਗਜ਼ਾਮੀਨੇਸ਼ਨ ਹਾਲ ਵਿੱਚ ਨਹੀਂ ਜਾ ਸਕਦੇ, ਕੁਛ ਇਹੋ ਜਿਹੀਆਂ ਪਾਬੰਦੀਆਂ, ਦੂਜੇ ਕੌਮਾਂ ਦੇ ਲਾਗੇ ਹਜ਼ਾਬ ਪਾ ਕੇ ਤੁਸੀਂ ਨਹੀਂ ਆ ਸਕਦੇ। ਬੇਸਿਕ ਰਾਈਟਸ ਜਿਹੜੇ ਹਨ, ਜਿਹੜੇ ਕਨਸਟੀਟਿਊਸ਼ਨ ਦੇ ਦਿੱਤੇ ਹੋਏ ਰਾਈਟਸ ਹਨ, ਉਹਨਾਂ ਦੇ ਉੱਤੇ ਵੀ ਅੱਜ ਇਹ ਜਿਹੜੀਆਂ ਪ੍ਰੋਬਲਮ ਜਿਹੜੀਆਂ ਆ ਰਹੀਆਂ, ਇਹ ਕਾਨੂੰਨ ਜਿਹੜੇ ਬਣਦੇ ਜਾਂਦੇ ਨੇ। ਇਹ ਸਰਕਾਰਾਂ ਸ਼ੁਰੂ ਤੋਂ ਇਹ ਗੱਲ ਕਰਦੀਆਂ ਰਹਿੰਦੀਆਂ ਨੇ, ਕਿਸੇ ਨਾ ਕਿਸੇ ਢੰਗ ਵਿੱਚ ਦੂਜਿਆਂ ਨੂੰ ਦਬਾਉਣ ਦਾ ਯਤਨ ਜਿਹੜਾ ਸਰਕਾਰਾਂ ਦਾ ਉਹ ਚੱਲਦਾ ਰਹਿੰਦਾ ਹੈ। ਇਹ ਜਿਹੜੀਆਂ 3 4 5 ਮੈਂ ਉਦਾਹਰਨਾਂ ਆਪ ਦੇ ਸਾਹਮਣੇ ਰੱਖੀਆਂ, ਇੱਥੋਂ ਇਹ ਗੱਲ ਇੱਕ ਬੜੀ ਸਪਸ਼ਟ ਹੁੰਦੀ ਹੈ ਕਿ ਇੱਕ ਸਰਕਾਰ ਵੱਲੋਂ ਨਾਮਜ਼ਦ ਕੀਤਾ ਹੋਇਆ ਇੱਕ ਰਾਜ ਘਰਾਣੇ ਦਾ ਸ਼ਹਿਜ਼ਾਦਾ, ਇੱਕ ਸਰਕਾਰ ਵੱਲੋਂ ਨੋਮੀਨੇਟ ਕੀਤਾ ਹੋਇਆ ਰਾਜ ਘਰਾਣੇ ਦਾ ਇਹ ਸ਼ਹਿਜ਼ਾਦਾ ਜਿਹੜਾ ਸੀ, ਜਿਸ ਨੇ ਆਪਣੇ ਪਿਤਾ ਮਗਰੋਂ ਉਸ ਸਰਕਾਰ ਦੀ ਸਰਪ੍ਰਸਤੀ ਰਾਜਗੱਦੀ ਤੇ ਬੈਠਣਾ ਸੀ, ਇਸ ਦੀ ਵਿਰੋਧਤਾ ਉਹ ਇਹ ਸ਼ਬਦ ਕਹਿ ਰਿਹਾ ਸੀ। ਬਲਕਿ ਟਿੱਕਾ ਰਵਿੰਦਰ ਸਿੰਘ ਜੀ ਕਿਹਾ ਕਰਦੇ ਸੀ ਕਿ ਜਦੋਂ ਨਾਭੇ ਦੀ ਰਾਜਗੱਦੀ ਵਿੱਚ ਉਹਦਾ ਵਿਰਾਸਤੀ ਹੱਕ ਹੈ ਤਾਂ ਅੰਗਰੇਜ਼ ਸਰਕਾਰ ਦੁਆਰਾ ਉਸਨੂੰ ਆਪਣੇ ਏਜੰਟ ਰਾਹੀਂ ਗੱਦੀ ਤੇ ਬਿਠਾਉਣ ਦੇ ਕੀ ਅਰਥ ਹਨ? ਵੀ ਮੇਰਾ ਵਿਰਾਸਤੀ ਹੱਕ ਹੈ, ਮੈਨੂੰ ਅੰਗਰੇਜ਼ਾਂ ਦੇ ਨਾਲ ਕਿਉਂ ਇਹ ਜੋੜਿਆ ਜਾ ਰਿਹਾ ਵੀ ਮੈਨੂੰ ਇਹ ਦੇਣ ਜਾਂ ਨਾ ਦੇਣ। ਫਿਰ 2 ਸਾਲਾਂ ਦੀ ਉਹਨਾਂ ਦੀ ਕੌਂਸਲ ਦੀ ਮੈਂਬਰੀ ਰਹੀ। ਉਹਨਾਂ ਨੇ ਹਮੇਸ਼ਾ ਹੀ ਜਿਹੜੇ ਭਾਰਤੀ ਨੇਤਾ ਸਨ ਉਹਨਾਂ ਦਾ ਵਿਸ਼ਵਾਸ ਦਿੱਤਾ। ਇਸ ਤੋਂ ਬਾਅਦ ਨਾਭੇ ਦੀ ਜਦੋਂ ਰਾਜਗੱਦੀ ਤੇ ਆਪ ਬੈਠਦੇ ਹਨ ਤਾਂ ਉਹਦੇ ਵਿੱਚ ਵੀ ਉਹਨਾਂ ਦੀ ਕਮਾਲ ਦੀ ਇੱਕ ਜ਼ਿਕਰ ਆਉਂਦਾ ਹੈ ਕਿ ਜਦੋਂ 1912 ਵਿੱਚ 1912 ਦੇ ਵਿੱਚ ਰਾਜਗੱਦੀ ਤੇ ਬੈਠਣ ਸਮੇਂ ਉਹਨੂੰ ਆਪਣਾ ਵਿਰਾਸਤੀ ਹੱਕ ਕਹਿੰਦਿਆਂ ਹੋਇਆ ਅੰਗਰੇਜ਼ ਸਰਕਾਰ ਦੀ ਬਖਸ਼ੀਸ਼ ਮੰਨਣ ਵਾਲਾ ਸਰੂਪ ਨਾ ਦਿੱਤਾ ਜਾਵੇ। ਅੰਗਰੇਜ਼ ਪੋਲੀਟੀਕਲ ਅਫਸਰ ਪਾਸੋਂ ਰਾਜ ਭਾਗ ਸੰਭਾਲਣ ਦਾ ਨਿਸ਼ਾਨ ਸਿਗਨੀਆ ਪ੍ਰਾਪਤ ਨਹੀਂ ਕੀਤਾ ਉਹਨਾਂ ਨੇ, ਬਲਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਜੀ ਸੰਗਤ ਦੀ ਹਾਜ਼ਰੀ ਅਰਦਾਸਾਂ ਸੋਧ ਦੇ ਜਾਣ ਤੋਂ ਬਾਅਦ ਰਾਜ ਅਧਿਕਾਰੀ ਸ਼੍ਰੀ ਸਾਹਿਬ ਤਲਵਾਰ ਆਪੂ ਚੁੱਕ ਕੇ ਗਾਤਰੇ ਪਹਿਨ ਲਈ। ਇਹ ਆਪਣੇ ਆਪ ਦਾ ਇੱਕ ਅਜਿਹਾ ਮਿਸਾਲ ਮਿਲਦੀ ਹੈ ਜਿਸ ਨੂੰ ਸਰਕਾਰ ਦੀ ਹਿੰਦੇ ਸਰਕਾਰ ਜਾਂ ਅੰਗਰੇਜ਼ ਸਰਕਾਰ ਨੂੰ ਹੋਰ ਗੁੱਸੇ ਦੇ ਭਾਂਬੜ ਬਾਲ ਦਿੱਤੇ। ਇਹਨੇ ਸਾਡੇ
ਰੀਤੀ ਰਿਵਾਜਾਂ ਨਾਲ ਆਪਣੀ ਰਾਜਗੱਦੀ ਨਹੀਂ ਲਈ। ਭਾਵੇਂ ਇਹਦਾ ਵਿਰਾਸਤੀ ਹੱਕ ਸੀ, ਇਨਹੈਰੀਟੈਂਸ ਸੀ, ਤੁਰੇ ਆਉਂਦੀ ਹੈ, ਪਰ ਇਹਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਆਪ ਗਾਤਰੇ ਕਿਰਪਾਨ ਨੂੰ ਪਾ ਲੈਣਾ, ਇਹ ਤਾਂ ਬਗਾਵਤ ਹੈ। ਉਹਨਾਂ ਦੇ ਮੁਤਾਬਕ ਇਹਨੂੰ ਬਗਾਵਤ ਹੀ ਮੰਨਿਆ ਜਾਂਦਾ ਸੀ, ਔਰ ਸਾਡੀ ਅਧੀਨਗੀ ਇਹਨੇ ਪਰਵਾਹ ਨਹੀਂ ਕੀਤੀ। ਇਹ ਇੱਕ ਵਿਰੋਧ ਜਿਹੜਾ ਸੀ ਅੰਗਰੇਜ਼ ਹਕੂਮਤ ਦੇ ਅੰਦਰ ਉਸ ਵੇਲੇ ਤੋਂ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਨਾਭੇ ਦੀ ਰਾਜਗੱਦੀ ਤੇ ਬੈਠਣ ਤੋਂ ਬਾਅਦ ਵੀ ਆਪਦੀ ਸਾਰੀ ਜਿਹੜੀ ਹਮਦਰਦੀ ਸੀ ਉਹ ਸਿੱਖਾਂ ਦੇ ਨਾਲ ਜਾਂ ਭਾਰਤ ਦੇ ਆਜ਼ਾਦੀ ਦੇ ਨਾਲ ਜੁੜੀ ਰਹੀ। ਨਨਕਾਣਾ ਸਾਹਿਬ ਦੀ ਸ਼ਹਾਦਤ ਦੇ ਪਿੱਛੋਂ ਸਾਰੀਆਂ ਸਿੱਖ ਰਿਆਸਤਾਂ ਵਿੱਚੋਂ ਕੇਵਲ ਇੱਕ ਨਾਭਾ ਰਾਜ ਸੀ ਜਿਸ ਨੇ ਸਮੁੱਚੇ ਸਿੱਖ ਪੰਥ ਨਾਲ ਮਿਲ ਕੇ ਸ਼ਹੀਦਾਂ ਦੀ ਯਾਦ ਬਣਾਈ। ਦੇਖੋ, ਇੱਕ ਨਾਭਾ ਰਾਜ ਸੀ ਜਿਹਨੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਬਣਾਈ। ਬਲਕਿ ਇਹ ਇੱਕ ਰਾਜ ਸੀ ਜਿਹਦੇ ਅੰਦਰ ਕਾਲੀ ਦਸਤਾਰ ਵਾਲਾ ਕਿਰਪਾਨਧਾਰੀ ਸਿੱਖ ਬਿਨਾਂ ਕਿਸੇ ਪੁੱਛਗਿੱਛ ਦੇ ਵਿਚਰ ਸਕਦਾ ਸੀ। ਇੱਕ ਐਸਾ ਰਾਜ ਸੀ ਇਹ ਭਾਈ ਟਿੱਕਾ ਰਘੁਦਮਨ ਸਿੰਘ ਜੀ ਦਾ। ਇਹ ਸਾਰੀਆਂ ਗੱਲਾਂ ਅੰਗਰੇਜ਼ ਸਰਕਾਰ ਨੂੰ ਰੜਕਦੀਆਂ ਸਨ ਤੇ ਸਰਕਾਰ ਨੂੰ ਮਹਾਰਾਜਾ ਰਘੁਦਮਨ ਸਿੰਘ ਦਾ ਨਾਭੇ ਦੀ ਰਾਜਗੱਦੀ ਤੇ ਹੋਣਾ ਇੱਕ ਬੜਾ ਸੂਲੀ ਵਾਂਗ ਚੁੱਭਦਾ ਸੀ। ਇਹਨੂੰ ਹਟਾਇਆ ਕਿਵੇਂ ਜਾਵੇ? ਸਰਕਾਰ ਰਾਜੇ ਨੂੰ ਗੱਦੀ ਤੋਂ ਲਾਉਣ ਦਾ ਮੌਕੇ ਭਾਲਦੀ ਰਹਿੰਦੀ ਸੀ ਵੀ ਕਿਵੇਂ ਇਹਨਾਂ ਨੂੰ ਗੱਦੀ ਤੋਂ ਲਾਇਆ ਜਾਵੇ। ਤੇ ਛੇਤੀ ਹੀ ਉਹਨਾਂ ਨੂੰ ਇੱਕ ਨਾਭਾ ਤੇ ਪਟਿਆਲਾ ਰਾਜ ਦਾ ਆਪਸ ਵਿੱਚ ਝਗੜਾ ਹੋ ਗਿਆ। ਇੱਕ ਮੌਕਾ ਉਹਨਾਂ ਨੂੰ ਮਿਲ ਗਿਆ ਅੰਗਰੇਜ਼ ਰਿਆਸਤ ਨੂੰ, ਜਿਸ ਨੇ ਸਰਕਾਰ ਨੂੰ ਨਾਭਾ ਟਿੱਕਾ ਰਘੁਦਮਨ ਸਿੰਘ ਨੂੰ ਗੱਦੀਆਂ ਲਾਉਣ ਦਾ ਇੱਕ ਕਾਰਨ ਜਿਹੜਾ ਸੀ ਉਹ ਫੌਰਨ ਦਾ ਵੇਲੇ ਦਾ ਕਾਰਨ ਜਿਹੜਾ ਸੀ ਬਣਾ ਲਿਆ। ਨਾਭਾ ਪਟਿਆਲਾ ਰਾਜ ਦੇ ਝਗੜੇ ਪਹਿਲਾਂ ਵੀ ਹੁੰਦੇ ਰਹਿੰਦੇ ਸਨ, ਪਰ ਆਪੋ ਵਿੱਚ ਵਿਚਾਰ ਵਟਾਂਦਰੇ ਦੁਆਰਾ ਕਿਸੇ ਤੀਜੀ ਧਿਰ ਜਾਂ ਭਾਰਤੀ ਸਰਕਾਰ ਦੇ ਪੈਣ ਨਾਲ ਇਹ ਹਮੇਸ਼ਾ ਇਹ ਝਗੜੇ ਆਪਸ ਵਿੱਚ ਨਿਬੜ ਜਾਇਆ ਕਰਦੇ ਸਨ। ਪਰ ਇਹਨਾਂ ਝਗੜਿਆਂ ਤੋਂ ਕਿਸੇ ਤੀਜੀ ਧਿਰ ਦਾ ਨਿੱਜੀ ਲਾਭ ਉਠਾਉਣ ਦਾ ਸਵਾਲ ਨਹੀਂ ਸੀ ਪੈਦਾ ਹੁੰਦਾ। ਪਰ ਇਸ ਝਗੜੇ ਦੇ ਹਾਲਾਤ ਹੀ ਹੋਰ ਸਨ। ਭਾਰਤ ਸਰਕਾਰ ਇਸ ਵਿੱਚ ਜਿਹੜੀ ਅੰਗਰੇਜ਼ ਸਰਕਾਰ ਸੀ ਉਹ ਪੈਣਾ ਚਾਹੁੰਦੀ ਸੀ ਤੇ ਇਸੇ ਦੇ ਨਾਲ ਹੀ ਉਹ ਨਾਭਾ ਰਿਆਸਤ ਦੇ ਇਸ ਮਹਾਰਾਜਾ ਟਿੱਕਾ ਰਘੁਦਮਨ ਸਿੰਘ ਨੂੰ ਗੱਦੀ ਤੋਂ ਲਾਹਣਾ ਚਾਹੁੰਦੀ ਸੀ। ਸੋ ਉਸਦੇ ਪੋਲੀਟੀਕਲ ਵਿਭਾਗ ਨੇ ਇੱਕ ਅਜਿਹੀ ਪਲੈਨਿੰਗ ਕੀਤੀ ਜਾਂ ਇਹੋ ਚਾਲ ਦੀ ਚੱਲੀ ਕਿ ਦੋਹਾਂ ਰਾਜਾਂ ਪਾਸੋਂ ਫੈਸਲਾ ਕਰਨ ਦੇ ਹੱਕ ਪ੍ਰਾਪਤ ਆਪ ਕਰ ਲਏ। ਦੋਨਾਂ ਰਾਜਾਂ ਪਾਸੋਂ ਉਹ ਫੈਸਲੇ ਦੇ ਹੱਕ ਜਿਹੜੇ ਸੀ ਆਪ ਲੈ ਲਏ ਵੀ ਅਸੀਂ ਸਾਲਸ ਬਣ ਜਾਾਂਗੇ, ਇਹਦਾ ਫੈਸਲਾ ਅਸੀਂ ਜਿਹੜਾ ਹੈ ਉਹ ਕਰ ਸਕਦੇ। ਮਹਾਰਾਜਾ ਨਾਭਾ ਦਾ ਇਸ ਫੈਸਲੇ ਨੂੰ ਅੰਗਰੇਜ਼ ਸਰਕਾਰ ਤੇ ਛੱਡ ਦੇਣਾ ਉਹਦੇ ਰਾਜ ਭਾਗ ਲਈ ਮੌਤ ਦੀ ਘੰਟੀ ਸੀ। ਆਪਾਂ ਇਹ ਕਹਿ ਲਈਏ ਇਹ ਉਹਦੇ ਲਈ ਮੌਤ ਦੀ ਘੰਟੀ ਸੀ ਰਾਜ ਭਾਗ ਦੇ ਲਈ। ਇਸ ਤਰ੍ਹਾਂ ਪੰਜਾਬ ਦੇ ਖਾਲਸਾ ਰਾਜ ਦਾ ਅੰਤ ਕਰ ਦੇਣ ਲਈ ਸਰਕਾਰ ਨੇ ਜਿਸ ਤਰ੍ਹਾਂ ਮਤਲਬ ਮੈਂ ਸਿੱਖ ਰਾਜ ਦੀ ਗੱਲ ਕਰ ਰਿਹਾ, ਜਦੋਂ ਖਾਲਸਾ ਰਾਜ ਦਾ ਖਤਮ ਹੋਇਆ ਪੰਜਾਬ ਅੰਗਰੇਜ਼ ਸਰਕਾਰ ਨੇ ਰਾਜਾਂ ਦੇ ਜਰਨੈਲਾਂ ਤੇ ਵਜ਼ੀਰਾਂ ਨੂੰ ਖਰੀਦ ਲਿਆ ਸੀ। ਇਸ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਸਰਪ੍ਰਸਤੀ ਹੇਠ ਲੈ ਕੇ ਸਦਾ ਲਈ ਉਹਨੂੰ ਰਾਜ ਭਾਗ ਤੋਂ ਵਾਂਝੇ ਕਰਤਾ ਸੀ ਜਾਂ ਖਾਲੀ ਕਰ ਦਿੱਤਾ ਸੀ। ਲਗਭਗ ਉਹਨਾਂ ਹੀ ਲੀਹਾਂ ਦੇ ਉੱਤੇ ਮਹਾਰਾਜਾ ਨਾਭਾ ਦੀ ਨੂੰ ਸਾਲਸੀ ਫੈਸਲਾ ਦੇਣ ਦੇ ਝਾਂਸੇ ਹੇਠ ਲੈ ਕੇ ਉਸਦੇ ਵਜ਼ੀਰਾਂ ਤੇ ਹੋਰ ਅਫਸਰਾਂ ਪਾਸੋਂ ਮਹਾਰਾਜੇ ਦਾ ਵਿਸਾਖਘਾਤ ਕਰਾਇਆ ਗਿਆ। ਪਰ ਉਹਨਾਂ ਦੇ ਖਿਲਾਫ ਜਿਹੜੇ ਸੀ ਉਹਦੇ ਵਜ਼ੀਰ ਜਿਹੜੇ ਉਹ ਕਰ ਦਿੱਤੇ ਗਏ। ਉਹ ਇਹ ਜਿਹੜਾ ਇੱਕ ਐਸਾ ਸੀ ਮਹਾਰਾਜੇ ਦਾ ਇਹ ਫੈਸਲਾ ਜਿਹੜਾ ਸੀ, ਇਸ ਫੈਸਲੇ ਦਾ ਇੱਕ ਬਹੁਤ ਵੱਡਾ ਨੁਕਸਾਨ ਹੋਇਆ ਕਿ ਮਹਾਰਾਜਾ ਟਿੱਕਾ ਰਘੁਦਮਨ ਸਿੰਘ ਨੂੰ ਰਾਜ ਭਾਗ ਤੋਂ ਸਦਾ ਲਈ ਲਾਂਭੇ ਕਰ ਦਿੱਤਾ ਗਿਆ। ਮਹਾਰਾਜ ਦੇ ਦਿਮਾਗੀ ਮੈਂਟਲ ਬੈਲੈਂਸ ਨੂੰ ਵੀ ਜਾਂ ਇਹ ਕਹਿ ਲਈਏ ਵਿਲ ਪਾਵਰ ਨੂੰ ਕਮਜ਼ੋਰ ਕਰਨ ਲਈ ਵੀ ਉਹਨੂੰ ਕੋਈ ਦਵਾਈ ਖਵਾ ਦਿੱਤੀ ਗਈ। ਮਹਾਰਾਜਾ ਟਿੱਕਾ ਰਘੁਦਮਨ ਸਿੰਘ ਨੂੰ ਦਵਾਈ ਦੇ ਦਿੱਤੀ ਗਈ। ਆਪਣੇ ਤੇ ਪੂਰਾ ਕੰਟਰੋਲ ਵੀ ਉਹਨਾਂ ਦਾ ਨਾ ਰਿਹਾ, ਜਿੱਦਾਂ ਫਲਸਰੂਪ ਹੋਇਆ ਵੀ ਉਹਦੇ ਇੱਕ ਐਸੀ ਦਵਾਈ ਖਾਤੀ ਵੀ ਉਹਨਾਂ ਦਾ ਆਪਣੇ ਆਪ ਤੇ ਕੰਟਰੋਲ ਜਿਹੜਾ ਸੀ ਉਹ ਵੀ ਪੂਰਾ ਨਹੀਂ ਰਿਹਾ। ਇਹ ਸਭ ਕੁਝ ਗੱਦੀ ਤੋਂ ਲਾਏ ਜਾਣ ਦੇ ਪਿੱਛੋਂ 14 ਦਸੰਬਰ 1923 ਨੂੰ ਗਵਰਨਰ ਜਨਰਲ ਨੂੰ ਲਿਖੇ ਇੱਕ ਪੱਤਰ ਵਿੱਚ, ਇੱਕ ਲੈਟਰ ਦੇ ਵਿੱਚ ਉਹਨਾਂ ਨੇ ਆਪ ਦਰਜ ਕੀਤਾ ਹੈ। ਉਹ ਲੈਟਰ ਮੈਂ ਜ਼ਰੂਰ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ, ਤਦ ਕਿ ਇਤਿਹਾਸਕ ਜਿਹੜੇ ਤੱਤ ਹੁੰਦੇ ਹਨ ਉਹ ਸਾਡੇ ਸ਼ਬਦਾਵਲੀ ਵਿੱਚ ਵੀ ਫਰਕ ਨਹੀਂ ਪੈਣੇ ਚਾਹੀਦੇ। ਇਸ ਕਰਕੇ ਮੈਂ ਉਹ ਲੈਟਰ ਦੀ ਵਰਡਿੰਗ ਹੀ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਹਾਂ। ਇਸ ਸਾਲ ਦੇ ਸ਼ੁਰੂ ਵਿੱਚ ਜਦੋਂ ਮੈਂ ਦਿੱਲੀ ਠਹਿਰਿਆ ਸਾਂ, ਮੈਨੂੰ ਕੋਈ ਐਸੀ ਦਵਾਈ ਖਵਾਈ ਗਈ ਜਿਸ ਨੇ ਮੇਰੇ ਦਿਲ ਤੇ ਦਿਮਾਗੀ ਸਤਾ ਦੋਨਾਂ ਨੂੰ ਹੀ ਸਿੱਥਲ ਕਰ ਦਿੱਤਾ, ਕਮਜ਼ੋਰ ਕਰ ਦਿੱਤਾ, ਮਤਲਬ ਸਿੱਥਲ ਕਰ ਦਿੱਤਾ।
ਇਸ ਦੇ ਨਾਲ ਹੀ ਮੇਰੇ ਰਾਜ ਵਿਰੁੱਧ ਕੀਤੀ ਜਾ ਰਹੀ ਪੁੱਛ ਪੜਤਾਲ ਦੀ ਕੁਦਰਤੀ ਚਿੰਤਾ ਅਤੇ ਮੇਰੇ ਵੱਡੇ ਅਫਸਰਾਂ ਤੇ ਗਵਾਹਾਂ ਦੇ ਵਿਰੋਧੀਆਂ ਵੱਲੋਂ ਖਰੀਦੇ ਜਾਣ ਨੇ ਮੈਨੂੰ ਉੱਕਾ ਹੀ ਲੰਮੇ ਪਾ ਦਿੱਤਾ। ਮੇਰੀ ਗਵਾਹੀ ਮੇਰੀ ਗੁਆਚੀ ਸਿਹਤ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਮੇਰੇ ਸਵਾਰਥੀ ਮੁਲਾਜ਼ਮਾਂ ਨੇ, ਜੋ ਮੇਰੇ ਵਿਰੋਧੀ ਧੜੇ ਅਤੇ ਸਰਕਾਰ ਦੇ ਪੋਲੀਟੀਕਲ ਵਿਭਾਗ ਦੇ ਪ੍ਰਭਾਵ ਥੱਲੇ ਸਨ, ਬਾਰ-ਬਾਰ ਅਜਿਹੇ ਸੁਝਾਵਾਂ ਰਾਹੀਂ ਮੇਰੇ ਉੱਪਰ ਦਬਾਅ ਪਾਇਆ ਕਿ ਮੈਨੂੰ ਆਪਣੇ ਰਾਜ ਭਾਗ ਭਾਰਤ ਸਰਕਾਰ ਦਾ ਵਧੇਰੇ ਦਖਲ ਪ੍ਰਵਾਨ ਕਰਕੇ ਆਪਣੀ ਰਿਆਸਤ ਉਹਨਾਂ ਨੂੰ ਸੌਂਪ ਦੇਣੀ ਚਾਹੀਦੀ ਹੈ। 7 ਜੂਨ ਨੂੰ ਮੇਰੇ 2 ਵਜ਼ੀਰ ਰਾਹੋ ਤੇ ਸੇਨ ਗਵਰਨਰ ਦੇ ਏਜੰਟ ਨੂੰ ਮਿਲੇ। ਉਪਰੰਤ ਮੈਨੂੰ ਉਹਨਾਂ ਦੱਸਿਆ ਕਿ ਏਜੰਟ ਇਸ ਗੱਲ ਉੱਪਰ ਜਿੱਦ ਸੀ ਕਿ ਰਿਆਸਤ ਸਰਕਾਰ ਅੰਗਰੇਜ਼ੀ ਦੇ ਹਵਾਲੇ ਕਰ ਦੇਣੀ ਚਾਹੀਦੀ ਹੈ ਇਸ ਲਈ ਇੱਕ ਸਿਵਲੀਅਨ ਅਫਸਰ ਨਿਯਤ ਕਰ ਦੇਗੀ। ਉਸਨੇ ਇਹ ਵੀ ਧਮਕੀ ਦਿੱਤੀ ਕਿ 9 ਜੂਨ ਤੋਂ ਪਿੱਛੋਂ ਜੇਕਰ ਉਹ ਉਸ ਵਕਤ ਤੱਕ ਸਰਕਾਰ ਨਾਲ ਮੇਰਾ ਕੋਈ ਫੈਸਲਾ ਨਾ ਹੋਇਆ ਤਾਂ ਮੇਰੇ ਪਾਸੋਂ ਰਿਜ਼ਾਈਨ ਜਾਂ ਤਿਆਗ ਪੱਤਰ ਵੀ ਨਹੀਂ ਲਿਆ ਜਾਏਗਾ ਅਤੇ ਮੈਨੂੰ ਗੱਦੀਓਂ ਲਾ ਕੇ ਮੇਰੇ ਵਿਰੁੱਧ ਲੱਗੇ ਸੰਗੀਨ ਇਲਜ਼ਾਮਾਂ ਦਾ ਮੁਕੱਦਮਾ ਚਲਾਵੇਗਾ, ਜਿਸ ਦਾ ਸਿੱਟਾ ਕੈਦ ਅਤੇ ਹੋਰ ਕੁਝ ਵੀ ਹੋ ਸਕਦਾ ਹੈ। ਇਹ ਛੋਟਾ ਜਿਹਾ ਹਿੱਸਾ ਮੈਂ ਉਹਦੇ ਵਿੱਚੋਂ ਪੜ੍ਹਿਆ ਹੈ, ਜ਼ਿਆਦਾ ਤਾਂ ਮੈਂ ਨਹੀਂ ਪੜ੍ਹਿਆ, ਪਰ ਅੱਗੇ ਜਾ ਕੇ ਫਿਰ ਉਹ ਲਿਖਦੇ ਨੇ, ਜਿਹੜਾ ਲੈਟਰ ਬਹੁਤ ਵੱਡਾ ਹੈ, ਮੈਂ ਸਿਰਫ ਥੋੜਾ ਜਿਹਾ ਹਿੱਸਾ ਪੜ੍ਹਿਆ। ਅੱਗੇ ਜਾ ਕੇ ਫਿਰ ਉਹ ਲਿਖਦੇ ਆ, ਇਸ ਤਰ੍ਹਾਂ ਵਾਇਸਰਾਏ ਸਾਹਿਬ ਦਾ ਨਾਮ ਵਰਤ ਕੇ ਜ਼ਰੂਰੀ ਲਿਖਤਾਂ ਤਿਆਗ ਪੱਤਰ ਆਦਿ ਮੇਰੇ ਦਸਤਖਤ ਕਰਵਾ ਦਿੱਤੇ ਗਏ, ਬਲਕਿ ਮੇਰਾ ਰਾਜ ਭਾਗ ਜਬਰੀ ਛਡਾਉਣ ਲਈ ਇੱਕ ਤਰਫਾ ਮੇਰੇ ਨਾਲ ਸਲਾਹ ਨਹੀਂ ਕੀਤੀ ਗਈ, ਸਗੋਂ ਅਗਲੇ ਭਲਕ ਮੈਨੂੰ ਮੇਰੀ ਸਮੁੱਚੀ ਨਿੱਜੀ ਜਾਇਦਾਦ ਵੱਲੋਂ ਖਾਲੀ ਕਰ ਦੇਣ ਦਾ ਵਿਹਲਿਆਂ ਕਰਨ ਦੀਆਂ ਸ਼ਰਤਾਂ ਲਿਖਵਾਈਆਂ ਗਈਆਂ ਅਤੇ ਏਜੰਟ ਨੇ ਆਪਣੇ ਸਾਹਮਣੇ ਇਹਨਾਂ ਉੱਤੇ ਦਸਤਖਤ ਕਰਨ ਲਈ ਮੈਨੂੰ ਮਜਬੂਰ ਕਰ ਦਿੱਤਾ। ਅੱਗੇ ਜਾ ਕੇ ਮਹਾਰਾਜ ਨੇ ਇਸ ਪੱਤਰ 'ਚ ਲਿਖਿਆ ਕਿ 8 ਜੂਨ ਨੂੰ ਮੈਨੂੰ ਬਿਨਾਂ ਖਬਰ ਕੀਤੇ ਹੋਏ ਕਰਨਲ ਮਿੰਜ਼ਨ ਏਜੰਟ ਜੋ ਬਣਿਆ ਸੀ ਉਸ ਵਿੱਚ ਸਵੇਰੇ ਹੀ ਫੌਜੀ ਦਸਤੇ ਸਹਿਤ ਮੇਰੇ ਮਹਿਲ ਵਿੱਚ ਆ ਧਮਕਿਆ ਅਤੇ ਗਾਰਡ ਵੱਲੋਂ ਰੋਕੇ ਜਾਣ ਦੇ ਬਾਵਜੂਦ ਅੰਦਰ ਆ ਵੜਿਆ। ਜਦੋਂ ਕਿ ਉਸਦੇ ਸਿਪਾਹੀਆਂ ਨੇ ਮੇਰੇ ਮਹਿਲ ਨੂੰ ਘੇਰੇ ਵਿੱਚ ਲੈ ਲਿਆ ਸੀ। ਮੇਰੀ ਆਪਣੀ ਰਾਜਧਾਨੀ ਤੇ ਮੇਰੇ ਆਪਣੇ ਮਹਿਲ ਅੰਦਰ ਮੇਰੇ ਨਾਲ ਇੱਕ ਬਾਗੀ ਤੇ ਕੈਦੀ ਵਾਲਾ ਸਲੂਕ ਕੀਤਾ ਗਿਆ ਤੇ ਕੁਝ ਘੰਟਿਆਂ ਦੇ ਅੰਦਰ ਅੰਦਰ ਮੈਨੂੰ ਮੇਰੀ ਰਿਆਸਤ ਵਿੱਚੋਂ ਕੱਢ ਦਿੱਤਾ। ਇਹ ਚਿੱਠੀ ਹੈ ਜਿਹੜੀ ਮਤਲਬ ਉਹਨੇ ਲਿਖੀ। ਹੁਣ ਇਹ ਸਵਾਲ ਹੈ ਵੀ ਇਹ ਮੋਰਚਾ ਕਿਵੇਂ ਲੱਗਾ, ਇਹਦੇ ਮੋਰਚੇ ਨਾਲ ਸੰਬੰਧ ਕੀ ਸੀ, ਇਹ ਤਾਂ ਰਾਜ ਭਾਗ ਦਾ ਮਸਲਾ ਸੀ ਜਾਂ ਅਸੀਂ ਦੂਜੇ ਪਾਸੇ ਕਈ ਵੀ ਵਿਚਾਰ ਦਿੰਦੇ ਨੇ। ਆਓ ਇਹਦੇ ਬਾਰੇ ਆਪਾਂ ਗੱਲ ਕਰੀਏ। ਭਾਵੇਂ ਨਾਭਾ ਰਾਜ ਦਾ ਮਾਮਲਾ ਭਾਰਤ ਸਰਕਾਰ ਅਤੇ ਮਹਾਰਾਜ ਨਾਭਾ ਦਾ ਆਪਣਾ ਵਿਚਲੀ ਪੱਧਰ ਦਾ ਸੀ, ਪਰ ਟਿੱਕਾ ਰੁਦਮਨ ਸਿੰਘ ਤੇ ਭਾਈ ਫੂਲ ਦੀ ਵੰਸ਼ ਵਿੱਚ ਹੋਣ ਦੇ ਕਰਕੇ ਗੁਰਸਿੱਖਾਂ ਵਾਲੇ ਗਹਿਰੇ ਜਜ਼ਬੇ ਦਾ ਹੋਣ ਕਰਕੇ ਸੂਝਵਾਨ ਸਿੱਖਾਂ ਵਿੱਚ ਉਹ ਹਰਮਨ ਪਿਆਰਾ ਹੋ ਚੁੱਕਾ ਸੀ। ਉਹ ਸਿੱਖ ਜਗਤ ਵਿੱਚ ਬਹੁਤ ਹਰਮਨ ਪਿਆਰਾ ਹੋ ਚੁੱਕਾ ਸੀ। ਗਵਰਨਰ ਦੀ ਕੌਂਸਲ ਦੇ ਮੈਂਬਰ ਦੇ ਹੋਣ ਸਮੇਂ ਵੀ ਉਹ ਜਦੋਂ ਉਹਨੇ ਆਪਣੇ ਖਿਆਲ ਪ੍ਰਗਟਾਏ, ਅੰਗਰੇਜ਼ ਸਰਕਾਰ ਵੱਲੋਂ ਉਸ ਨੂੰ ਰਾਜਗੱਦੀ ਤੋਂ ਲਾਹੁਣ ਲਈ ਚੱਲੀਆਂ ਚਾਲਾਂ ਤੇ ਹੋਰ ਧੱਕੇ ਜਿਹੜੇ ਸਨ, ਉਹਨਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਵੀ ਜਿਹੜਾ ਸੀ ਸਿੰਪਥਾਈਜ਼ਰ ਬਣਾ ਦਿੱਤਾ, ਹਮਦਰਦ ਬਣਾ ਦਿੱਤਾ। ਇਸ ਤੋਂ ਇਲਾਵਾ ਨਾਭਾ ਰਾਜ ਦੀ ਜਨਤਾ ਦੇ ਮਨਾਂ ਦੇ ਉੱਤੇ ਮਹਾਰਾਜ ਦੀ ਸ਼ਖਸੀਅਤ ਦਾ ਵੱਡਾ ਪ੍ਰਭਾਵ ਸੀ ਤੇ ਮਹਾਰਾਜ ਨੂੰ ਰਿਆਸਤ ਤੋਂ ਅੱਡ ਕੀਤੇ ਜਾਣ ਦਾ ਸਾਰੇ ਹੀ ਲੋਕਾਂ ਨੇ ਬਹੁਤ ਹੀ ਜ਼ਿਆਦਾ ਬੁਰਾ ਬਣਾਇਆ। 5 ਅਗਸਤ 1923 ਵਿੱਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਇੱਕ ਇਕੱਤਰਤਾ ਹੋਈ, ਜਿਸ ਵਿੱਚ ਮਹਾਰਾਜਾ ਨਾਭੇ ਦੇ ਨਾਲ ਹਮਦਰਦੀ ਦਾ ਇੱਕ ਮਤਾ ਪਾਸ ਕੀਤਾ ਗਿਆ ਤੇ ਇਸ ਫੈਸਲਾ ਹੋਇਆ ਕਿ 9 ਸਤੰਬਰ ਨੂੰ ਸਭ ਥਾਈਂ ਨਾਭਾ ਡੇ ਮਨਾਇਆ ਜਾਵੇ। ਫੈਸਲਾ ਕੀਤਾ ਗਿਆ ਵੀ ਸਾਰਿਆਂ ਨੂੰ ਨਾਭਾ ਡੇ ਮਨਾਇਆ ਜਾਵੇ। ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਉਸ ਦਿਨ ਥਾਂ ਥਾਂ ਤੇ ਜਲੂਸ ਕੱਢੇ ਜਾਣ, ਦੀਵਾਨ ਕਰਕੇ ਮਤੇ ਪਾਸ ਕੀਤੇ ਜਾਣ ਕਿ ਮਹਾਰਾਜਾ ਨਾਭਾ ਲਈ ਨਾਲ ਹੋਈ ਬੇਇਨਸਾਫੀ ਨੂੰ ਦੂਰ ਕਰਾਉਣ ਦੇ ਲਈ ਅਰਦਾਸੇ ਸੋਧੇ ਜਾਣ। ਸ਼੍ਰੋਮਣੀ ਕਮੇਟੀ ਨੇ ਇੱਕ ਆਪਣਾ ਪ੍ਰੋਗਰਾਮ ਦਿੱਤਾ ਉਸ ਰਿਆਸਤ ਤੋਂ ਲਾਹੁਣ ਦੇ ਲਈ। 25, 26 ਤੇ 27 ਅਗਸਤ ਨੂੰ, 9 ਸਤੰਬਰ ਤੋਂ ਪਹਿਲਾਂ ਹੀ 25, 26 ਤੇ 27 ਅਗਸਤ ਨੂੰ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਗੰਗ ਸਾਹਿਬ ਵਿੱਚ ਜੈਤੋ ਵਿੱਚ ਦੀਵਾਨ ਹੋਇਆ, ਜਿਸ ਵਿੱਚ ਮਹਾਰਾਜ ਦੀ ਬਹਾਲੀ ਦੇ ਮਤੇ ਪਾਸ ਕੀਤੇ ਗਏ। 27 ਅਗਸਤ ਨੂੰ ਭਰੇ ਦੀਵਾਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਜੇ ਹੋਏ ਦੀਵਾਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਬੈਠੇ ਯਾਨੀ ਇੰਦਰ ਸਿੰਘ ਜੀ ਨੂੰ ਅਰੈਸਟ ਕਰ ਲਿਆ ਗਿਆ, ਗ੍ਰਿਫਤਾਰ ਕਰ ਲਿਆ ਗਿਆ। ਜਿਹੜਾ ਮੋਰਚਾ ਰਾਜ ਭਾਗ ਜਾਂ ਪੋਲੀਟੀਕਲ ਸੀ, ਉਹ ਹੁਣ ਧਾਰਮਿਕ ਰੰਗ ਜਿਹੜੀ ਸੀ ਉੱਤੇ ਹੋ ਗਈ ਜਦੋਂ
ਤਾਬਿਆ ਬੈਠ ਕੇ ਕਿਸੇ ਨੂੰ ਤਾਬਿਆ ਬੈਠੇ ਗ੍ਰੰਥੀ ਨੂੰ ਅਰੈਸਟ ਕਰ ਲੈਣਾ, ਉਹ ਮੋਰਚਾ ਫਿਰ ਹੁਣ ਪੋਲੀਟੀਕਲ ਨਾ ਹੋ ਕੇ ਉਹਦੇ ਵਿੱਚ ਜਿਹੜਾ ਧਾਰਮਿਕ ਮੋਰਚਾ ਸੀ ਉਹ ਮਸਲਾ ਬਣ ਗਿਆ। ਕੁਝ ਹੋਰ ਸੰਗਤਾਂ ਵੀ ਫੜ ਲਈਆਂ ਗਈਆਂ, ਜਿਸ ਸੰਗਤ ਨੇ ਫੈਸਲਾ ਕੀਤਾ ਕਿ ਇਹ ਜਿਹੜਾ ਦੀਵਾਨ ਜੋ 27 ਤਰੀਕ ਨੂੰ ਸਮਾਪਤ ਹੋ ਜਾਣਾ ਸੀ, ਹੁਣ ਉਦੋਂ ਤੱਕ ਇਹ ਚੱਲਦਾ ਰਹੇਗਾ ਜਦ ਤੱਕ ਹਕੂਮਤ ਇੱਥੇ ਇਹਦੇ ਵਿੱਚ ਆਪਣੀ ਇੰਟਰਫੇਰੈਂਸ ਜਾਂ ਦਖਲ ਦੇਣ ਤੋਂ ਨਹੀਂ ਹਟਦੀ। ਇਹ ਦੀਵਾਨ ਲਗਾਤਾਰ ਹੁਣ ਇਸੇ ਤਰ੍ਹਾਂ ਹੀ ਚੱਲਦੇ ਜਾਣਗੇ। ਉਸ ਤੋਂ ਬਾਅਦ 9 ਸਤੰਬਰ ਨੂੰ ਪੰਜਾਬ ਭਰ ਵਿੱਚ ਫਿਰ ਸਿੱਖ ਰਿਆਸਤਾਂ ਦੇ ਲਗਭਗ ਸਾਰੇ ਸ਼ਹਿਰਾਂ ਦੇ ਵਿੱਚ ਜਲੂਸ ਕੱਢੇ ਗਏ, ਦੀਵਾਨ ਕੀਤੇ ਗਏ, ਅਰਦਾਸੇ ਸੋਧੇ ਗਏ। ਜੇਤੋਂ ਮੰਡੀ ਵਿੱਚ ਵੀ ਜਲੂਸ ਨਿਕਲਿਆ, ਗੁਰਦੁਆਰਾ ਗੰਗਸਰ ਦੀਵਾਨ ਸਜਿਆ ਤੇ ਅਖੰਡ ਪਾਠਾਂ ਦਾ ਆਰੰਭ ਕਰ ਦਿੱਤਾ ਗਿਆ। ਇਸ ਸਮੇਂ ਨਾਭਾ ਰਿਆਸਤ ਦਾ ਰਾਜ ਪ੍ਰਬੰਧ ਅੰਗਰੇਜ਼ ਸਰਕਾਰ ਵੱਲੋਂ ਵਿਲੀਅਮ ਜੌਨਸਟਨ ਦੇ ਹੱਥ ਵਿੱਚ ਸੀ, ਜਿਹੜਾ ਨਿਯੁਕਤ ਸੀ ਉੱਥੇ। ਮਹਾਰਾਜਾ ਰੂਪਦਮਨ ਸਿੰਘ ਸੰਬੰਧੀ ਤੇ ਉਹਨਾਂ ਨੇ ਕਿਸੇ ਵਿਚਾਰ ਜਾਂ ਤਕਰੀਰ ਜਾਂ ਮਤਾ ਪਾਸ ਕਰਨ ਦੀ ਆਗਿਆ ਨਹੀਂ ਸੀ ਦਿੱਤੀ। 9 ਸਤੰਬਰ ਵਾਲੇ ਜਲੂਸ ਵਿੱਚ ਸ਼ਾਮਲ ਜਿਹੜੇ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਕਿਸੇ ਧਾਰਮਿਕ ਰੀਤੀ ਹੋਰ ਉਹਨਾਂ ਨੇ ਦਖਲ ਨਹੀਂ ਸੀ ਦਿੱਤਾ, ਪਰ 14 ਸਤੰਬਰ ਨੂੰ ਜਦੋਂ ਗੁਰਦੁਆਰੇ ਦੇ ਅੰਦਰ ਦੀਵਾਨ ਸਜਾ ਹੋਇਆ ਸੀ, ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਸੁਣ ਰਹੀਆਂ ਸਨ, ਤਾਂ ਹਥਿਆਰਬੰਦ ਜਿਹੜੇ ਵਰਦੀ ਪਾ ਕੇ ਸਿਪਾਹੀਆਂ ਦਾ ਦਸਤਾ ਗੁਰਦੁਆਰੇ ਵਿੱਚ ਦਾਖਲ ਹੋ ਗਿਆ ਤੇ ਸੰਗਤ ਵਿੱਚ ਬੈਠੇ ਸਾਰੇ ਸਰੋਤਿਆਂ ਤੇ ਸੇਵਾਦਾਰਾਂ ਨੂੰ ਅਰੈਸਟ ਕਰ ਲਿਆ ਗਿਆ, ਗ੍ਰਿਫਤਾਰ ਕਰ ਲਿਆ ਗਿਆ। ਜਿਹੜੇ ਸੱਜਣ ਤਾਬਿਆ ਬੈਠੇ ਸੀ, ਅਖੰਡ ਪਾਠ ਕਰ ਰਹੇ ਸੀ, ਉਹਨਾਂ ਨੂੰ ਵੀ ਬਾਂਹ ਤੋਂ ਫੜ ਕੇ ਘਸੀੜ ਕੇ ਅਖੰਡ ਪਾਠ ਨੂੰ ਖੰਡਿਤ ਕਰ ਦਿੱਤਾ ਗਿਆ। ਤੋਂ ਅਖੰਡ ਪਾਠ ਖੰਡਿਤ ਕੀਤਾ ਗਿਆ। ਸਿੱਖਾਂ ਲਈ ਅਖੰਡ ਪਾਠ ਦਾ ਖੰਡਿਤ ਹੋਣਾ, ਦੇਖੋ ਇਹ ਭਾਵਨਾ ਹਨ। ਭਾਵੇਂ ਅਸੀਂ ਕਹਿੰਦੇ ਹਾਂ ਜੀ ਅਖੰਡ ਪਾਠ ਨਹੀਂ ਹੋਣਾ ਚਾਹੀਦੇ, ਘੱਟ ਹੋਣੇ ਚਾਹੀਦੇ, ਬਾਣੀ ਪੜ੍ਹਨੀ ਚਾਹੀਦੀ ਹੈ, ਵਿਚਾਰ ਕਰਨੀ ਚਾਹੀਦੀ ਹੈ, ਪਰ ਸਿੱਖ ਦੀ ਭਾਵਨਾ ਜ਼ਰੂਰ ਕਿਤੇ ਨਾ ਕਿਤੇ ਜੁੜੀ ਹੋਈ ਹੈ ਬਾਣੀ ਦੇ ਨਾਲ, ਔਰ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੋਣੀ ਵੀ ਚਾਹੀਦੀ ਹੈ। ਸਾਡਾ ਪਹਿਲਾ ਜ਼ਿੰਦਗੀ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਜਾਂ ਨਰਾਦਰੀ ਜਿਹੜੀ ਹੈ ਉਹ ਬਰਦਾਸ਼ਤ ਕਰਨੀ ਸਿੱਖ ਨੂੰ ਆਪਣੀ ਅਣਖ ਨੂੰ ਮਾਰਨਾ ਹੁੰਦਾ ਹੈ। ਇਸ ਤਰ੍ਹਾਂ ਅਖੰਡ ਪਾਠ ਦੇ ਜੇ ਖੰਡਿਤ ਕੀਤੇ ਜਾਣ ਤੇ ਇਹ ਸਿੱਖ ਦੇ ਇੱਕ ਨਰਾਦਰੀ ਸੀ, ਉਹਦੀ ਅਣਖ ਨੂੰ ਵੰਗਾਰਿਆ ਗਿਆ ਸੀ। ਗੁਰੂ ਗ੍ਰੰਥ ਸਾਹਿਬ ਦੀ ਇੱਕ ਵੱਡੀ ਤੋਹੀਨ ਕੀਤੀ ਗਈ ਸੀ ਜੋ ਅਖੰਡ ਪਾਠ ਸਾਹਿਬ ਜੀ ਦੀ ਨਰਾਦਰੀ ਕਰਨੀ। ਇਸ ਘਟਨਾ ਦੇ ਨਾਲ ਸਿੱਖਾਂ ਦੇ ਅੰਦਰ ਇੱਕ ਜੋਸ਼ ਦੀ ਲਹਿਰ ਜਿਹੜੀ ਸੀ ਹੋਰ ਭੜਕ। ਇਸ ਦੁਰਘਟਨਾ ਨੇ ਮਹਾਰਾਜਾ ਨਾਭਾ ਦੇ ਸਵਾਲ ਨੂੰ, ਜਿੱਥੇ ਪੋਲੀਟੀਕਲ ਮਸਲਾ ਕਹਿ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਸੰਗਤਾਂ ਦਖਲ ਨੂੰ ਜਾਇਜ਼ ਦੱਸਦੀ ਸੀ, ਉੱਥੇ ਇੱਕ ਧਾਰਮਿਕ ਮਸਲਾ ਜਿਹੜਾ ਸੀ ਉਹ ਬਣਾ ਦਿੱਤਾ ਗਿਆ, ਜੋ ਮੈਂ ਪਹਿਲਾਂ ਗੱਲ ਕਰ ਚੁੱਕਾ ਹਾਂ। ਹੁਣ ਇਹ ਮੇਰਾ ਮਸਲਾ ਮਹਾਰਾਜਾ ਨਾਭੇ ਨਾਲ ਨਹੀਂ ਸੀ ਰਹਿ ਗਿਆ, ਜਾਂ ਉਹਦੇ ਨਾਲ ਧੱਕੇ ਦੀ ਗੱਲ ਨਹੀਂ ਸੀ ਹੈਗੀ ਵੀ ਉਹ ਗੱਦੀ ਤੋਂ ਲਾ ਦਿੱਤਾ ਗਿਆ। ਹੁਣ ਇਹ ਮਸਲਾ ਨਰੋਲ ਧਾਰਮਿਕ ਮਸਲਾ ਬਣ ਗਿਆ ਸੀ ਕਿ ਸਮੁੱਚੇ ਤੌਰ ਤੇ ਸਿੱਖਾਂ ਦੇ ਗੁਰਦੁਆਰੇ ਦੇ ਅੰਦਰ ਜਿਹੜੀ ਆਜ਼ਾਦੀ ਨਾਲ ਜੁੜਨ ਦੀ ਤੇ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਕਰਨ ਦੇ ਵਿੱਚ ਰੁਕਾਵਟ ਪਾਉਣ ਦਾ ਸਵਾਲ ਇਹ ਹੁਣ ਬਣ ਗਿਆ ਸੀ। ਇਹ ਮੁੱਦਾ ਇਹ ਬਣ ਗਿਆ। ਤਾਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਜਿਹੜਾ ਮਸਲਾ ਪਹਿਲਾਂ ਪੋਲੀਟੀਕਲ ਮਸਲੇ ਤੋਂ ਸ਼ੁਰੂ ਹੋਇਆ ਸੀ, ਉਹ ਮਸਲਾ ਇਹ ਫਿਰ ਧਾਰਮਿਕ ਰੰਗਤ ਵਿੱਚ ਆ ਗਿਆ ਜਦੋਂ ਅਖੰਡ ਪਾਠ ਸਾਹਿਬ ਦੀ ਨਰਾਦਰੀ ਹੋਈ ਜਾਂ ਗ੍ਰੰਥੀ ਸਿੰਘ ਨੂੰ ਅਰੈਸਟ ਕੀਤਾ ਗਿਆ। ਤਾਂ ਹੁਣ ਇਸ ਉੱਤੇ ਸਾਰਾ ਪੰਥ ਹੈ ਵੀ ਇਕੱਠਾ ਸੀ। ਉਦੋਂ ਮੈਂ ਪਹਿਲਾਂ ਵੀ ਉਹ ਬੇਨਤੀ ਕਰ ਚੁੱਕਾ ਵੀ ਕੌਮਾਂ ਦੇ ਹੌਲੀ ਹੌਲੀ ਗਿਰਾਵਟਾਂ ਆਉਂਦੀਆਂ ਨੇ। ਜਦੋਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ, ਉਸ ਵਿੱਚ ਭਾਵੇਂ ਲੀਡਰ ਕਿਸੇ ਵੀ ਦਲ ਦੇ ਨਾਲ ਸੰਬੰਧਿਤ, ਕੋਈ ਕਾਂਗਰਸ ਦਾ ਸੀ, ਕੋਈ ਸੀ, ਕੋਈ ਅਕਾਲੀ ਸੀ, ਕੋਈ ਸੀ, ਪਰ ਜਦੋਂ ਪੰਥਕ ਮਸਲੇ ਹੁੰਦੇ ਸੀ ਸਾਰੇ ਇਕੱਠੇ ਹੋ ਜਾਂਦੇ ਸੀ। ਇਸ ਤਰ੍ਹਾਂ ਨਹੀਂ ਸੀ ਹੁੰਦਾ ਵੀ ਪੰਥਕ ਮਸਲਿਆਂ ਦੇ ਉੱਤੇ ਆਪਣੀ ਪਾਰਟੀ ਦਾ ਪੱਖ ਪੂਰਦੇ ਰਹਿਣ, ਕਦੀ ਨਹੀਂ ਸੀ ਹੋਇਆ ਜਿਵੇਂ ਹੁਣ ਹੋ ਰਿਹਾ। ਜੇ ਸਿਰ ਤੇ ਪੱਗ ਬੰਨੀਆਂ ਵੀ ਜਦੋਂ ਭਗਵਿਆਂ ਦੀ ਗੱਲ ਕਰਦਾ ਤਾਂ ਤਕਲੀਫ ਬੜੀ ਹੁੰਦੀ ਹੈ, ਜਦੋਂ ਸਿਰ ਤੇ ਪੱਗਾਂ ਬੰਨ ਕੇ ਤੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ। ਤਾਂ ਮੇਰਾ ਕਹਿਣ ਦਾ ਮਤਲਬ ਉਦੋਂ ਇਹ ਗੱਲ ਨਹੀਂ ਸੀ ਹੈਗੀ, ਉਦੋਂ ਪੰਥ ਸਾਰਾ ਇੱਕ ਆਵਾਜ਼ ਵਿੱਚ ਇਕੱਠਾ ਹੋਇਆ ਸੀ। ਇਸ ਤਰ੍ਹਾਂ ਅੰਗਰੇਜ਼ ਹਕੂਮਤ ਨੇ ਸਿੱਖਾਂ ਨੂੰ ਇੱਕ ਧਾਰਮਿਕ ਮੋਰਚੇ ਲਈ ਖੜਾ ਕਰ ਦਿੱਤਾ। ਇਹ ਕਹਿ ਲਈਏ ਵੀ ਇੱਕ ਨਵਾਂ ਅੰਗਰੇਜ਼ ਸਰਕਾਰ ਨੇ ਆਪਣੇ ਗੱਲ ਆਪ ਹੀ ਇਹ ਵਿਪਤਾ ਜਿਹੜੀ ਸੀ ਪਾ ਲਈ। ਇਸ ਮੋਰਚੇ ਦਾ ਮਸਲਾ ਅਖੰਡ ਪਾਠ ਖੰਡਿਤ ਅਖੰਡ ਪਾਠ ਨੂੰ ਅਖੰਡ ਰੂਪ ਵਿੱਚ ਚਾਲੂ ਕਰਨਾ ਸੀ, ਜਿਸ ਵੇਲੇ 101 ਅਖੰਡ ਪਾਠਾਂ ਦੇ ਲਗਾਤਾਰ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਤੇ 25-25 ਸਿੰਘਾਂ ਦੇ ਜੱਥਿਆਂ ਦਾ ਰੋਜ਼ਾਨਾ ਗੁਰਦੁਆਰਾ ਗੰਗਸਰ ਭੇਜਣਾ ਸ਼ੁਰੂ ਕਰ ਦਿੱਤੇ। ਅਜਿਹਾ ਜੱਥਾ 15 ਸਤੰਬਰ ਨੂੰ ਅਕਾਲ ਤਖਤ ਸਾਹਿਬ ਤੋਂ ਪੈਦਲ ਰਵਾਨਾ ਹੋਇਆ
ਗੁਰੂ ਕੇ ਬਾਗ ਨੂੰ ਜਾਂਦਿਆਂ ਜੱਥਿਆਂ ਵਾਂਗ ਮਨ ਬਚਨ ਕਰਕੇ ਇੱਥੇ ਵੀ ਨੌਨ ਵਾਇਲੈਂਸ ਜਾਂ ਸ਼ਾਂਤਮਈ ਰਹਿਣ ਦਾ ਮੁਕਾਬਲਾ ਨਾ ਕਰਨ ਦਾ ਪ੍ਰਣ ਤੁਰਨ ਤੋਂ ਪਹਿਲਾਂ ਇਸ ਜੱਥੇ ਨੇ ਵੀ ਲਿਆ। ਇਸ ਦਾ ਨਿਸ਼ਾਨਾ ਗੁਰਦੁਆਰਾ ਗੰਗਸਰ ਚ ਖੰਡਿਤ ਹੋਏ ਪਾਠ ਨੂੰ ਮੁੜ ਆਰੰਭ ਕਰਨਾ ਸੀ ਤੇ ਗੁਰਦੁਆਰੇ ਅੰਦਰ ਆਜ਼ਾਦਾਨਾ ਤੌਰ ਤੇ ਸੰਗਤ ਦੇ ਰੂਪ ਵਿੱਚ ਜੁੜ ਕੇ ਸਿੱਖ ਮਰਿਆਦਾ ਅਨੁਸਾਰ ਪਾਠ ਨੂੰ ਦੁਬਾਰਾ ਸ਼ੁਰੂ ਕਰਨਾ ਸੀ। ਜੇਕਰ ਅਜਿਹਾ ਕਰਦਿਆਂ ਹੋਇਆ ਉਹਨਾਂ ਨੂੰ ਸਰਕਾਰੀ ਕਰਮਚਾਰੀਆਂ ਹੱਥੋਂ ਸਖਤੀਆਂ ਤੇ ਮੁਸ਼ਕਲਾਂ ਸਹਿਣੀਆਂ ਪੈਣ ਤਾਂ ਅੱਤ ਦਰਜੇ ਦੀ ਹਲੀਮੀ ਨਾਲ ਬਿਨਾਂ ਸਾਹਮਣੇ ਹੱਥ ਉਠਾਏ ਵਿਚਰਨਾ ਹੈ, ਜੋ ਉੱਥੇ ਪ੍ਰਣ ਕੀਤਾ ਜਾਂਦਾ। ਜਿਵੇਂ ਗੰਗਸਰ ਗੁਰਦੁਆਰਾ ਗੁਰੂ ਕੇ ਬਾਗ ਦੇ ਵਿੱਚ ਵੀ ਇਹ ਪ੍ਰਣ ਕੀਤਾ ਜਾਂਦਾ ਸੀ। ਇਹ ਪੈਦਲ ਜੱਥਾ ਚੱਲਦਾ ਹੋਇਆ ਜਿਹੜਾ ਜੈਤੋ ਦੇ ਜਦੋਂ ਇਹ ਪਹੁੰਚਿਆ ਤੇ ਗੁਰਦੁਆਰੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਹੀ ਫੜ ਲਿਆ ਗਿਆ। 25 ਸਿੰਘਾਂ ਦਾ ਅਗਲਾ ਜੱਥਾ ਅਕਾਲ ਤਖਤ ਸਾਹਿਬ ਤੋਂ ਤੁਰਦਾ ਤੇ ਜੈਤੋ ਜਾ ਕੇ ਗ੍ਰਿਫਤਾਰ ਹੋ ਜਾਂਦਾ। ਰੋਜ਼ ਹੀ ਹੁਣ ਇਹ ਜੱਥੇ ਚੱਲਦੇ ਤੇ ਰੋਜ਼ ਹੀ ਇੱਕ 25 ਸਿੰਘਾਂ ਦਾ ਜੱਥਾ ਜਿਹੜਾ ਸੀ ਗ੍ਰਿਫਤਾਰ ਹੋ ਜਾਂਦਾ। ਇਸ ਤਰ੍ਹਾਂ ਗ੍ਰਿਫਤਾਰ ਕੀਤੇ ਜੱਥੇ ਨੂੰ 2-3 ਦਿਨ ਸਧਾਰਨ ਇੱਕ ਬਾਉਂਡਰੀ ਜੀ ਬਣਾਈ ਸੀ, ਵਲਗਨ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹ 'ਚ ਰੱਖਿਆ ਜਾਂਦਾ ਤੇ ਕਈ ਵਾਰ 2-2 ਦਿਨ ਭੁੱਖੇ ਹੀ ਉਹਨਾਂ ਨੂੰ ਰੱਖਿਆ ਜਾਂਦਾ, ਰੋਟੀ ਵੀ ਨਹੀਂ ਸੀ ਦਿੱਤੀ ਜਾਂਦੀ, ਕਈਆਂ ਦੀ ਮਾਰ ਕੁਟਾਈ ਵੀ ਕੀਤੀ ਜਾਂਦੀ। ਫਿਰ ਗੱਡੀ 'ਚ ਉਠਾ ਕੇ ਨਾਭਾ ਬੀੜ ਵਿੱਚ ਲੈ ਜਾਇਆ ਜਾਂਦਾ। ਰਿਵਾੜੀ ਤੋਂ ਅੱਗੇ ਜਾ ਕੇ ਬਾਵਲ ਦਾ ਇੱਕ ਇਲਾਕਾ ਆਉਂਦਾ ਹੈ ਜੋ ਅੱਜ ਕੱਲ੍ਹ ਹਰਿਆਣੇ ਵਿੱਚ ਹੈ, ਉੱਥੇ ਬਿਨਾਂ ਖਰਚ ਤੇ ਬਿਨਾਂ ਖੁਰਾਕ ਤੋਂ ਛੱਡ ਦਿੱਤਾ ਜਾਂਦਾ ਤੇ 300 ਮੀਲ ਦਾ ਸਫ਼ਰ ਪੈਦਲ ਤੁਰ ਕੇ 300 ਮੀਲ ਦਾ ਆਲਮੋਸਟ ਸਫ਼ਰ ਪੈਦਲ ਤੁਰ ਕੇ ਤੇ ਸਿੰਘ ਦੁਆਰਾ ਫਿਰ ਅੰਮ੍ਰਿਤਸਰ 'ਚ ਜਾ ਪਹੁੰਚਦੇ ਤੇ ਜੱਥਿਆਂ ਵਿੱਚ ਆਪਣੀਆਂ ਸੇਵਾਵਾਂ ਫਿਰ ਦੇਣ ਦੀ ਅੱਗੇ ਨੂੰ ਤੁਰ ਪੈਂਦੇ। ਇੰਨਾ ਜਜ਼ਬਾ ਸੀ ਸਿੱਖਾਂ ਦੇ ਵਿੱਚ ਉਸ ਵੇਲੇ ਕਿ ਦੇਖੋ 300 ਮੀਲ ਦਾ ਪੈਦਲ ਸਫ਼ਰ ਕਰਨਾ ਤੇ ਪੈਦਲ ਸਫ਼ਰ ਕਰਕੇ ਫਿਰ ਅਕਾਲ ਤਖਤ ਤੇ ਜਾ ਕੇ ਹਾਜ਼ਰ ਹੋ ਜਾਣਾ, ਉੱਥੋਂ ਜਾ ਕੇ ਫਿਰ ਜੱਥਿਆਂ ਵਿੱਚ ਅੱਗੇ ਸ਼ਾਮਲ ਹੋ ਜਾਣਾ। ਇੱਕ ਜਜ਼ਬਾ, ਪੰਥਕ ਜਜ਼ਬਾ ਸੀ ਜਿਹੜਾ ਉਸ ਵੇਲੇ ਪ੍ਰਗਟਾਉਂਦਾ ਹੈ। ਇਹਨਾਂ ਦਿਨਾਂ 'ਚ ਹੀ ਫਿਰ ਇੰਡੀਅਨ ਨੈਸ਼ਨਲ ਕਾਂਗਰਸ ਦਾ ਦਿੱਲੀ 'ਚ ਇੱਕ ਸਮਾਗਮ ਹੁੰਦਾ ਹੈ। ਉਹਦੇ 'ਚ ਮਹਾਰਾਜਾ ਨਾਭੇ ਦੇ ਗੱਦੀਓਂ ਲਾਏ ਜਾਣ ਬਾਰੇ ਤੇ ਪੰਜਾਬ ਰਿਆਸਤ ਨਾਭਾ ਅੰਦਰ ਹੋਈ ਇਸ ਐਜੀਟੇਸ਼ਨ ਦਾ ਜ਼ਿਕਰ ਤੇ ਉਹਦਾ ਵਿਚਾਰ ਕੀਤਾ ਜਾਂਦਾ ਹੈ। ਕਾਂਗਰਸ ਵੱਲੋਂ ਇਸ ਨਾਲ ਡੂੰਘੀ ਹਮਦਰਦੀ ਵੀ ਕੀਤੀ ਜਾਂਦੀ ਹੈ। ਅੰਗਰੇਜ਼ ਸਰਕਾਰ ਦੇ ਰਵੱਈਏ ਨੂੰ ਨਿੰਦਿਆ ਗਿਆ। ਸਮਾਗਮ ਵਿੱਚੋਂ ਪੰਡਿਤ ਜਵਾਹਰ ਲਾਲ ਨਹਿਰੂ ਤੇ ਮਿਸਟਰ ਕੇ ਸੰਤਾਮਨ ਤੇ ਪ੍ਰਿੰਸੀਪਲ ਗਿਡਵਾਨੀ ਹਾਲਾਤ ਨੂੰ ਦੇਖਣ ਦੇ ਲਈ ਜੈਤੋ ਜਾਣ ਦਾ ਫੈਸਲਾ ਕੀਤਾ ਗਿਆ। ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਵੀ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ, ਹੱਥਕੜੀ ਲਾ ਕੇ ਉਹਨਾਂ ਨੂੰ ਨਾਭੇ ਜੇਲ੍ਹ 'ਚ ਭੇਜ ਦਿੱਤਾ ਗਿਆ। ਇਹਨਾਂ ਗ੍ਰਿਫਤਾਰੀਆਂ ਤੇ ਹੁਣ ਲੀਡਰਾਂ ਦੀ ਗ੍ਰਿਫਤਾਰੀ ਜਦੋਂ ਹੋ ਗਈ ਉਹਦੇ ਸਾਰੇ ਦੇਸ਼ ਵਿੱਚ ਅੱਗ ਜਿਹੜੀ ਸੀ ਫੈਲ ਜਾਣੀ ਸੀ, ਤਾਂ ਸਾਰੇ ਦੇਸ਼ ਵਿੱਚ ਗੱਲ ਵੱਧ ਕੇ ਚਲੀ ਜਾਣੀ ਸੀ। ਸਾਰੀਆਂ ਭਾਰਤ ਦੀਆਂ ਨਜ਼ਰਾਂ ਜੈਤੋ ਦੇ ਮੋਰਚੇ ਉੱਤੇ ਲੱਗ ਗਈਆਂ। ਇਹਨੂੰ ਆਜ਼ਾਦੀ ਨਾਲ ਜੋੜ ਕੇ ਵੀ ਦੇਖਿਆ ਜਾਣ ਲੱਗ ਪਿਆ। ਨਜ਼ਰਾਂ ਕਹਿ ਲਈਏ ਵੀ ਲੱਗ ਗਈ। 24 ਸਤੰਬਰ ਨੂੰ ਜਵਾਹਰ ਲਾਲ ਦੇ ਪਿਤਾ ਪੰਡਿਤ ਮੋਤੀ ਲਾਲ ਨਹਿਰੂ ਆਪਣੇ ਲੜਕੇ ਦੀ ਮੁਲਾਕਾਤ ਲਈ ਨਾਭੇ ਆਏ ਤੇ ਐਡਮਿਨਿਸਟ੍ਰੇਟਰ ਵਿਲੀਅਮ ਜੌਨਸਨ ਨੂੰ ਮਿਲੇ। ਉਹਨਾਂ ਵਿਚਾਲੇ ਲੰਮੀ ਗੱਲਬਾਤ ਹੋਈ, ਪਰ ਉਹਨਾਂ ਨੂੰ ਜਵਾਹਰ ਲਾਲ ਨਹਿਰੂ ਨੂੰ ਮਿਲਣ ਨਾ ਦਿੱਤਾ ਗਿਆ ਤੇ ਉਹਨਾਂ ਨੂੰ ਬਿਨਾਂ ਹੀ ਮਿਲਣ ਤੋਂ ਹੀ ਵਾਪਸ ਜਿਹੜਾ ਸੀ ਉਹ ਭੇਜ ਦਿੱਤਾ ਗਿਆ। ਫਿਰ 29 ਸਤੰਬਰ 1923 ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਨਾਭਾ ਅਧਿਕਾਰੀਆਂ ਵੱਲੋਂ 14 ਸਤੰਬਰ ਨੂੰ ਗੁਰਦੁਆਰਾ ਗੰਗਸਰ ਅੰਦਰ ਅਖੰਡ ਪਾਠ ਨੂੰ ਖੰਡਿਤ ਕਾਰਵਾਈ ਤੇ ਅਕਾਲੀਆਂ ਨਾਲ ਕੀਤੇ ਵਰਤਾਓ ਦੀ ਕਰੜੇ ਸ਼ਬਦਾਂ 'ਚ ਨਿਖੇਧੀ ਕੀਤੀ ਅਤੇ ਭਾਰਤ ਸਰਕਾਰ ਦਾ ਸਿੱਖਾਂ ਦੇ ਧਾਰਮਿਕ ਸੰਸਕਾਰਾਂ ਅੰਦਰ ਅਜਿਹੇ ਦਖਲ ਦੇਣ ਨੂੰ ਕਦੇ ਵੀ ਬਰਦਾਸ਼ਤ ਕਰਨ ਦਾ ਇੱਕ ਮਤਾ ਪਾਸ ਕੀਤਾ। ਬਰਦਾਸ਼ਤ ਨਾ ਕਰਨ ਦਾ ਮਤਾ ਜਿਹੜਾ ਸੀ ਉਹ ਪਾਸ ਕੀਤਾ ਗਿਆ। 29 ਸਤੰਬਰ 1923 ਦੀ ਇਹ ਗੱਲ ਹੈ ਜੋ ਮਤਾ ਸ਼੍ਰੋਮਣੀ ਕਮੇਟੀ ਨੇ ਕੀਤਾ। ਪੰਡਿਤ ਜਵਾਹਰ ਲਾਲ ਨਹਿਰੂ ਦੋਨੇ ਦੇ ਦੋ ਸਾਥੀਆਂ ਜੋ ਨਾਭਾ ਰਾਜ ਵਿੱਚ ਦਾਖਲ ਹੋਣ ਦੇ ਉਹਨਾਂ ਤੇ ਮੁਕੱਦਮਾ ਵੀ ਚਲਾਇਆ ਗਿਆ, ਪਰ ਥੋੜੇ ਚਿਰ ਮਗਰੋਂ ਹੀ ਸਰਕਾਰ ਵਿਰੁੱਧ ਸਾਜ਼ਿਸ਼ ਦੀ ਫਰਜ਼ੀ ਮੁਕੱਦਮਾ ਬਣਾਉਣ ਲਈ ਜੈਤੋ ਦੇ ਇਲਾਕੇ ਦੇ ਕਈ ਆਦਮੀਆਂ ਨੂੰ ਉਹਨਾਂ ਦੇ ਨਾਲ ਗੰਢ ਲਿਆ ਗਿਆ, ਕਿਉਂਕਿ ਕਾਨੂੰਨ ਅਨੁਸਾਰ ਸਾਜ਼ਿਸ਼ ਸਾਬਤ ਕਰਨ ਲਈ ਘੱਟੋ ਘੱਟ 4 ਆਦਮੀਆਂ ਦਾ ਹੋਣਾ ਜ਼ਰੂਰੀ ਹੁੰਦਾ ਸੀ ਅਤੇ ਇਹ ਮੁਕੱਦਮਾ ਵੀ ਉੱਥੇ ਜਿਹੜਾ ਚਲਾਇਆ ਗਿਆ। ਤੇ ਇਸ ਤਰ੍ਹਾਂ ਹੀ 2 ਮੁਕੱਦਮਿਆਂ ਜਿਨ੍ਹਾਂ ਨੂੰ 2.5 ਸਾਲ ਦੀ ਕੈਦ ਜਿਹੜੀ ਸੀ ਇਹਨਾਂ ਲੀਡਰਾਂ ਨੂੰ ਵੀ ਜਿਹੜੀ ਸੁਣਾ ਦਿੱਤੀ ਗਈ, ਪਰ ਇਹ ਕੈਦ ਜਿਹੜੀ ਸੀ ਬਾਅਦ ਵਿੱਚ ਮੁਲਤਵੀ ਕਰ ਦਿੱਤੀ ਗਈ। ਕਾਰਨ ਕੀ ਸੀ ਪਤਾ ਨਹੀਂ, ਇਹਦੇ ਬਾਰੇ ਕੋਈ ਮੈਨੂੰ ਬਹੁਤੀ ਜਾਣਕਾਰੀ ਨਹੀਂ, ਪਰ ਉਹ ਫਰਜ਼ੀ ਗਵਾਹੀਆਂ ਜਿਹੜੀਆਂ ਸੀ ਉਹ ਨਾ ਚੱਲੀਆਂ ਤੇ ਉਹਨਾਂ ਦੀ ਕੈਦ ਜਿਹੜੀ ਸੀ ਮੁਲਤਵੀ ਕਰ ਦਿੱਤੀ ਗਈ। ਭਾਰਤ ਸਰਕਾਰ ਦੇ ਖਿਆਲ ਵਿੱਚ ਨਾਭਾ ਦਾ ਸਵਾਲ ਇੱਕ ਰਾਜਸੀ ਸਵਾਲ ਸੀ, ਜਿਹੜੇ ਅੰਗਰੇਜ਼ ਸਰਕਾਰ ਇਹ ਕਹਿੰਦੇ ਸੀ।
ਸ਼੍ਰੋਮਣੀ ਕਮੇਟੀ ਦੇ ਅਕਾਲੀ ਦਲ ਦੇ ਦਖਲ ਨੂੰ ਸਰਕਾਰ ਨਜਾਇਜ਼ ਤੇ ਸਰਕਾਰੀ ਨੀਤੀ ਲਈ ਇੱਕ ਹਾਨੀਕਾਰਕ ਜਿਹਾ ਸਮਝਦੀ ਸੀ ਵੀ ਇਹ ਮਸਲਾ ਰਾਜਨੀਤਿਕ ਹੈ, ਇਹ ਧਾਰਮਿਕ ਜਾਂ ਇਹਨਾਂ ਦਾ ਦਖਲ ਜਿਹੜਾ ਹੈ ਕਿੱਦਾਂ ਵਿੱਚ ਆ ਗਿਆ। ਉਹਨਾਂ ਸਮਝਦੀ ਇਹ ਬੜਾ ਨੁਕਸਾਨਦੇਹ ਹੈ ਤੇ ਉਹਨਾਂ ਨੇ ਫਿਰ 13 ਅਕਤੂਬਰ 1923 ਨੂੰ 13 ਅਕਤੂਬਰ 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲੀ ਦਲ ਦੋਵਾਂ ਨੂੰ ਖਿਲਾਫ ਕਾਨੂੰਨ ਜਮਾਇਤਾਂ ਕਰਾਰ ਦਿੱਤਾ ਗਿਆ। ਕਾਨੂੰਨ ਦੇ ਖਿਲਾਫ ਜਮਾਇਤਾਂ ਜਿਹੜੀਆਂ ਸੀ ਵੀ ਇਹ ਕਾਨੂੰਨ ਦੇ ਖਿਲਾਫ ਨੇ, ਇਹਨਾਂ ਤੇ ਪਾਬੰਦੀਆਂ ਜਿਹੜੀਆਂ ਲੱਗ ਗਈਆਂ। ਇਸ ਕਮੇਟੀ ਦੇ ਮੈਂਬਰਾਂ ਤੇ ਸਟਾਫ ਦੇ ਤੇ ਸਾਰੇ ਮੁਲਾਜ਼ਮਾਂ ਤੇ ਅਕਾਲੀ ਦਲ ਦੇ ਵਰਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ। ਇਹ ਕਾਨੂੰਨ ਦੇ ਖਿਲਾਫ ਜਿਹੜੇ ਸੀ ਇਹਨਾਂ ਨੂੰ ਕਰਾਰ ਦੇ ਦਿੱਤਾ। ਇਹਨਾਂ ਵਿੱਚ ਸਰਦਾਰ ਮਹਿਤਾਬ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਕਮੇਟੀ, ਸਰ ਤੇਜਾ ਸਿੰਘ ਜੀ ਸਮੁੰਦਰੀ ਮੀਤ ਪ੍ਰਧਾਨ, ਜਥੇਦਾਰ ਅਕਾਲ ਤਖਤ ਤੇਜਾ ਸਿੰਘ ਅਕਰਪੁਰੀ, ਭਗਤ ਜਸਵੰਤ ਸਿੰਘ ਜੀ ਜਨਰਲ ਸਕੱਤਰ, ਬਾਬਾ ਹਰਕਿਸ਼ਨ ਸਿੰਘ ਜੀ, ਪ੍ਰੋਫੈਸਰ ਤੇਜਾ ਸਿੰਘ ਜੀ, ਮਾਸਟਰ ਤਾਰਾ ਸਿੰਘ ਜੀ, ਗਿਆਨੀ ਸ਼ੇਰ ਸਿੰਘ ਜੀ, ਪ੍ਰੋਫੈਸਰ ਨਰਿੰਜਨ ਸਿੰਘ ਜੀ, ਸਰਦਾਰ ਸੁਰਮੁਖ ਸਿੰਘ ਜੀ ਪ੍ਰਧਾਨ ਅਕਾਲੀ ਦਲ ਹੁੰਦੇ ਸਨ ਉਸ ਵੇਲੇ। ਫਿਰ ਰਸਾਲਦਾਰ ਸੁੰਦਰ ਸਿੰਘ, ਸਰ ਗੋਪਾਲ ਸਿੰਘ ਕੌਮੀ, ਇਹ ਨਾਂ ਸਾਰੇ ਸੁਣੇ ਹੋਣਗੇ ਆਪ ਜੀ ਨੇ। ਜੇ ਸਿੱਖਾਂ ਨੂੰ ਥੋੜਾ ਬਹੁਤਾ ਇਤਿਹਾਸ ਅਸੀਂ ਜਾਣਦੇ ਤੇ ਨਾਂ ਸਾਰੇ ਸਾਡੇ ਸੁਣੇ ਨੇ। ਤੇਜਾ ਸਿੰਘ ਘਵੰਡ, ਸੇਵਾ ਸਿੰਘ ਠੀਕਰੀ ਵਾਲਾ, ਤੇ ਰਸਾਲਦਾਰ ਜਿਹੜੇ ਰਣਜੋਤ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਇਹ 48 ਸਿੰਘ ਜਿਹੜੇ ਸੀ ਤਕਰੀਬਨ ਜਿਹੜੇ ਅਰੈਸਟ ਉਦੋਂ ਕੀਤੇ। 48 ਸੀ, ਮੈਨੂੰ ਸਾਰੇ ਨਾਮ ਲੈਣ ਨੂੰ ਬਹੁਤ ਸਮਾਂ ਲੱਗੇਗਾ। 48 ਮੇਨ ਨਾਮ ਜਿਹਦੇ ਨਾਲ ਸਾਂਝੇ ਕੀਤੇ ਹਨ, ਉਹ 48 ਸਿੰਘ ਸੀ ਗ੍ਰਿਫਤਾਰ ਕਰਦੇ। ਇਹਨਾਂ ਦੇ ਖਿਲਾਫ ਮੁਕੱਦਮਾ ਜਿਹੜਾ ਸੀ ਦਰਜ ਕੀਤਾ ਗਿਆ। 4 ਨਵੰਬਰ 1923 ਨੂੰ ਬਾਦਸ਼ਾਹ ਤੇ ਹਿੰਦ ਸਰਕਾਰ ਦੇ ਖਿਲਾਫ ਸਾਜ਼ਿਸ਼ ਕਰਨ ਦਾ ਦੋਸ਼ ਲਾ ਕੇ ਮੈਜਿਸਟਰੇਟ ਪੀਕੇ ਐਂਡਰਸਨ ਦੀ ਅਦਾਲਤ ਵਿੱਚ ਅੰਮ੍ਰਿਤਸਰ 'ਚ ਮੁਕੱਦਮਾ ਦਰਜ ਕੀਤਾ ਗਿਆ ਕਿ 3 ਮਾਰਚ 1924 ਨੂੰ ਇਹਨਾਂ ਸਰਕਾਰੀ ਬੰਦਿਆਂ ਨੂੰ ਲਾਹੌਰ ਕਿਲੇ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਸਰਕਾਰੀ ਬੰਦੀਆਂ ਨੂੰ ਲਾਹੌਰ ਕਿਲੇ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਇੱਥੇ ਮੁਕੱਦਮਾ ਵੀ ਕਿਲੇ ਵਿੱਚ ਹੀ ਜਨਵਰੀ 1926 ਤੱਕ ਇਹ ਚੱਲਦਾ ਰਿਹਾ। ਜਨਵਰੀ 1926 ਤੱਕ 3 ਸਾਲ ਲਗਾਤਾਰ ਮੁਕੱਦਮਾ 2 ਸਾਲ ਚੱਲਦਾ ਰਿਹਾ। ਸ਼੍ਰੋਮਣੀ ਕਮੇਟੀ ਦੇ ਅਕਾਲੀ ਦਲ ਦੀਆਂ 13 ਅਕਤੂਬਰ 1923 ਦੀਆਂ ਗ੍ਰਿਫਤਾਰੀਆਂ ਪਿੱਛੋਂ ਗੰਗਸਰ ਜੇਤਨ ਨੂੰ ਰੋਜ਼ਾਨਾ 25 ਸਿੰਘਾਂ ਦੇ ਜੱਥੇ ਭੇਜਣ ਦਾ ਉਹ ਸਿਲਸਿਲਾ ਜਿਹੜਾ ਸੀ ਉਸੇ ਤਰ੍ਹਾਂ ਹੀ ਚੱਲ ਰਿਹਾ ਤੇ ਉਹਨਾਂ ਦੇ ਉਹ ਜਿਹੜਾ ਸੀ ਉਹਦੇ ਵਿੱਚ ਕੋਈ ਵਿਘਨ ਜਿਹੜਾ ਹੈ ਉਹ ਨਹੀਂ ਪੈਣ ਦਿੱਤਾ ਗਿਆ। ਇਹਦੇ ਵਿੱਚ ਇੱਕ ਛੋਟਾ ਜਿਹਾ ਮੋਰਚਾ ਹੋਰ ਲੱਗਾ ਜਿਹੜਾ ਭਾਈ ਫੇਰੂ ਦਾ ਮੋਰਚਾ ਜਿਹਨੂੰ ਅਸੀਂ ਕਹਿੰਦੇ ਆ, ਤੇ ਉਹ ਮੋਰਚਾ ਵੀ ਚੱਲਦਾ ਰਿਹਾ। ਉਹ ਮੈਂ ਵੱਖਰਾ ਕਿਤੇ ਜ਼ਿਕਰ ਕਰਾਂਗੇ ਆਪਾਂ। ਇਹ ਜਿਹੜੀ ਭਾਈ ਫੇਰੂ ਦਾ ਮੋਰਚਾ ਹੈ, ਇਹਦੇ ਵਿੱਚ ਥੋੜਾ ਜਿਹਾ ਜ਼ਿਕਰ ਇਸ ਕਰਕੇ ਕਰਨਾ ਜ਼ਰੂਰੀ ਬਣਦਾ ਵੀ ਉਹ ਇਹਦੇ ਨਾਲ ਰਿਲੇਟਡ ਹੈ, ਵਿੱਚੋਂ ਉਹਦੇ ਨਾਲ ਹੀ ਅੱਗੇ ਇਤਿਹਾਸ ਦਾ ਰਲਿਆ ਹੋਇਆ। ਤਾਂ ਥੋੜਾ ਜਿਹਾ ਜ਼ਿਕਰ ਕਰਦੇ ਆ। ਇਹ ਗੁਰਦੁਆਰਾ ਭਾਈ ਫੇਰੂ ਜ਼ਿਲ੍ਹਾ ਲਾਹੌਰ ਦਾ ਇੱਕ ਨਵਾਂ ਮੋਰਚਾ ਸਿੱਖਾਂ ਦੇ ਗਲ 'ਚ ਪਾ ਦਿੱਤਾ। ਗੁਰਦੁਆਰੇ ਦੇ ਮਹੰਤ ਕਿਸ਼ਨ ਦਾਸ ਨੇ 21 ਦਸੰਬਰ 1922 ਨੂੰ ਕਮੇਟੀ ਨਾਲ ਮਿਲ ਕੇ ਸਮਝੌਤਾ ਕਰਕੇ 400 ਰੁਪਏ ਮਹੀਨੇ ਦੀ ਮਾਹਵਾਰੀ ਰਸਤ ਲੈਣੀ ਮੰਨ ਕੇ ਗੁਰਦੁਆਰਾ ਦੇ ਸੰਬੰਧਿਤ ਜ਼ਮੀਨ ਕਮੇਟੀ ਦੇ ਹਵਾਲੇ ਕਰ ਦਿੱਤੀ ਸੀ। ਪਰ ਫਿਰ ਉਹੀ ਝਗੜਾ ਜਿਹੜਾ ਪਹਿਲਾਂ ਪੈਂਦਾ ਸੀ ਉਸੇ ਤਰ੍ਹਾਂ ਇਹ ਝਗੜਾ ਚੱਲਦਾ ਰਿਹਾ। 5 ਜਨਵਰੀ ਨੂੰ ਵੀ ਇੱਥੇ ਇਸ ਮੋਰਚੇ ਨੂੰ ਫਿਰ ਗੁਰਦੁਆਰੇ ਨੂੰ ਆਜ਼ਾਦ ਕਰਾਉਣ ਲਈ ਸਿੰਘਾਂ ਦਾ ਜੱਥਾ 25 ਸਿੰਘਾਂ ਦਾ ਜ਼ਮੀਨ ਭੇਜਿਆ ਗਿਆ। ਇਸ ਤਰ੍ਹਾਂ ਭਾਈ ਫੇਰੂ ਦਾ ਮੋਰਚਾ ਜਿਹੜਾ ਸ਼ੁਰੂ ਹੁੰਦਾ। ਇਸ ਭਾਈ ਫੇਰੂ ਦੇ ਮੋਰਚੇ ਦੇ ਅੰਗੋਂ ਫਿਰ ਜੇਲ੍ਹ ਦੀਆਂ ਕਾਲ ਕੋਠੜੀਆਂ ਤੇ ਹੋਰ ਕੁਝ ਹੁੰਦਾ। ਤਕਰੀਬਨ 600 ਦੇ ਕਰੀਬ ਸਿੱਖ ਜਿਹੜੇ ਉਹ ਕੈਦੀ ਹੁੰਦੇ ਨੇ। ਤੇ ਇਹ ਕਿਸੇ ਨੇ ਇਹਦੇ 'ਚ ਘਟਨਾ ਕੀ ਵਾਪਰੀ, ਕੈਦੀ ਨੰਬਰਦਾਰ ਨੂੰ ਇੱਕ ਸਿੱਖ ਕੈਦੀ ਬੱਚੇ ਨੂੰ ਮਾਰਨ ਤੋਂ ਸਿਰਫ ਚਪੇੜ ਮਾਰ ਦਿੱਤੀ। ਤੇ ਉੱਥੇ ਇੱਕ ਸਿੱਖ ਛੋਟਾ ਬੱਚਾ ਸੀ, ਉਹ ਵੀ ਅਰੈਸਟ ਹੋਇਆ। ਉਹਨੇ ਉੱਥੋਂ ਦੇ ਕੈਦੀ ਨੇ ਚਪੇੜ ਮਾਰ ਦਿੱਤੀ। ਬਸ ਇਹ ਫਿਰ ਉਹਨੂੰ ਪੁੱਠਾ ਲਟਕਾ ਦਿੱਤਾ। ਲਗਭਗ ਇੱਥੋਂ ਫਿਰ ਇਹ ਗੱਲ ਜਿਹੜੀ ਸੀ ਵੱਧਦੀ ਚਲੀ ਗਈ। ਤੇ ਮੈਂ ਇਸ ਗੱਲ ਨੂੰ ਜ਼ਿਆਦਾ ਲੰਬਾ ਨਾ ਕਰਾਂ, ਤੇ ਮੈਂ ਸਿਰਫ ਇੰਨੀ ਕੁ ਬੇਨਤੀ ਕਰਾਂਗਾ ਕਿ ਇਹ ਮੋਰਚਾ ਜਿਹੜਾ ਸੀ ਇਸੇ ਤਰ੍ਹਾਂ ਚੱਲਦਾ ਰਿਹਾ। ਤੇ ਇਹ ਮੋਰਚਾ ਚੱਲਣ ਤੋਂ ਬਾਅਦ ਆਪਾਂ ਗੰਗਸਰ ਜੇਤੂ ਵੱਲ ਆਈਏ। ਹੁਣ ਪਹਿਲੀ ਕਮੇਟੀ ਦੇ ਫੜੇ ਜਾਣ ਤੋਂ ਮਗਰੋਂ ਸ਼੍ਰੋਮਣੀ ਕਮੇਟੀ ਦੀ ਨਵੀਂ ਕਮੇਟੀ ਉਹਨਾਂ ਨੇ ਬਣਾ ਲਈ। ਇਹਦੀ ਇਕੱਤਰਤਾ 7 ਜਨਵਰੀ 1924 ਨੂੰ ਅਕਾਲ ਤਖਤ ਸਾਹਿਬ 1924 ਨੂੰ ਅਕਾਲ ਤਖਤ ਸਾਹਿਬ ਦੇ ਉੱਪਰ ਹੋ ਰਹੀ ਸੀ। ਡਿਪਟੀ ਕਮਿਸ਼ਨਰ ਨੇ IG ਪੁਲਿਸ ਦੇ CID ਤੇ ਪੁਲਿਸ ਫੋਰਸ ਲੈ ਕੇ ਮੈਂਬਰਾਂ ਨੂੰ ਗ੍ਰਿਫਤਾਰੀ ਜਿਹੜੇ ਉਹਦੇ ਹੁਕਮ ਦੇ ਦਿੱਤੇ, ਆਰਡਰ ਦੇ ਦਿੱਤੇ। ਇਸ ਤਰ੍ਹਾਂ 62 ਮੈਂਬਰਾਂ ਨੂੰ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰ ਦਿੱਤਾ ਵੀ ਦਰਬਾਰ ਸਾਹਿਬ ਦੇ ਅੰਦਰ
ਇਹ ਅੰਦਰ ਵੜਨਗੇ ਤੇ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕਰ ਦਿੱਤਾ। ਉਹਨਾਂ ਨੂੰ ਅੰਮ੍ਰਿਤਸਰ ਦੀ ਜੇਲ੍ਹ 'ਚ ਜਿਹੜਾ ਡੱਕ ਦਿੱਤਾ ਗਿਆ। ਇਹਨਾਂ ਦੇ ਖਿਲਾਫ 23 ਜਨਵਰੀ 1924 ਨੂੰ ਉਹੀ ਬਾਦਸ਼ਾਹ ਵਿਰੁੱਧ ਬਗਾਵਤ ਕਰਨ ਦਾ ਮੁਕੱਦਮਾ ਦਰਜ ਕੀਤਾ ਗਿਆ। 29 ਮਾਰਚ 1924 ਨੂੰ ਸੁਣਾਉਂਦੇ ਅਦਾਲਤ ਵੱਲੋਂ ਵੱਡੀ ਉਮਰ ਵਾਲਿਆਂ ਨੂੰ 1-1 ਸਾਲ ਦੀ ਕੈਦ ਤੇ 500-500 ਦੇ ਜੁਰਮਾਨਾ ਤੇ ਬਾਕੀਆਂ ਨੂੰ 2-2 ਸਾਲ ਦੀ ਕੈਦ ਤੇ 500-500 ਦੇ ਜੁਰਮਾਨਾ ਜਿਹੜਾ ਸੀ ਉਹ ਕੀਤਾ ਗਿਆ। 15 ਸਤੰਬਰ 1923 ਨੂੰ 25 ਸਿੰਘਾਂ ਰੋਜ਼ਾਨਾ ਜੇਤੋ ਤੇ 5 ਜਨਵਰੀ 1924 ਤੋਂ 25 ਹੋਰ ਰੋਜ਼ਾਨਾ ਜੱਥੇ ਭਾਈ ਫੇਰੂ ਜਾਂਦੇ ਰਹੇ। ਲਗਭਗ ਸਾਰੇ ਹੀ ਇਹ ਪੰਥਕ ਮੁਖੀ 13 ਅਕਤੂਬਰ 1923 ਨੂੰ ਸ਼੍ਰੋਮਣੀ ਕਮੇਟੀ ਵਾਲੇ ਜਿੱਥੇ ਫੜੇ ਗਏ ਸਨ। ਦੂਜੀ ਕਮੇਟੀ ਸੀ 7 ਜਨਵਰੀ ਨੂੰ ਉਹ ਵੀ ਫੜੀ ਗਈ। ਇਸ ਤਰ੍ਹਾਂ ਪੰਥ ਦੇ 94 110 ਲੀਡਰ ਜਿਹੜੇ ਸੀ ਤਕਰੀਬਨ ਜੇਲ੍ਹਾਂ 'ਚ ਜਾ ਚੁੱਕੇ ਸੀ। ਸਰਕਾਰ ਇਸ ਸੋਚ ਦੇਖਦੀ ਸੀ ਵੀ ਇਹਨਾਂ ਦੇ ਲੀਡਰ ਸਾਰੇ ਫੜ ਲਏ ਗਏ ਆ, ਹੁਣ ਤੇ ਮੋਰਚਾ ਆਪਣੇ ਵੀ ਖਤਮ ਹੋ ਜਾਏਗਾ। ਤੇ ਇਹ ਕਹਿ ਰਹੇ ਫਿਰ 24 ਜਨਵਰੀ ਨੂੰ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੀ ਤਲਾਸ਼ੀ ਕਰਕੇ ਸਾਰੇ ਕਾਗਜ਼ਾਤ ਵੀ ਆਪਣੇ ਕਬਜ਼ੇ 'ਚ ਕਰ ਲਏ। ਤੇ ਸਭ ਲੋਕ ਸਰਕਾਰ ਇਹ ਸਮਝ, ਹੁਣ ਇਹੋ ਹੀ ਉਹਨਾਂ ਦੇ ਦਿਮਾਗ ਸੀ ਵੀ ਇਹ ਸਾਰਾ ਕੁਝ ਕਰਾਂਗੇ, ਇਹਨਾਂ ਦੇ ਜ਼ੁਲਮ ਕਰਾਂਗੇ ਤੇ ਇਹ ਦੱਬੇ ਜਾਣਗੇ। ਜਿਵੇਂ 1984 ਵਿੱਚ ਹੋਇਆ, ਆਪ ਜੀ ਜਾਣਦੇ ਹੋ ਜੋ ਘਟਨਾ ਵਾਪਰੀਆਂ, ਇਹਨਾਂ ਨੂੰ ਢਹਿ ਢੇਰੀ ਕਰ ਦਿਓ, ਉਸ ਤੋਂ ਬਾਅਦ ਇਹ ਸ਼ਾਂਤ ਹੋ ਜਾਣਗੇ। ਪਰ 10 ਸਾਲ ਉਸ ਤੋਂ ਬਾਅਦ ਜੋ ਕੁਝ ਹੋਇਆ ਆਪ ਸਾਰੇ ਇਤਿਹਾਸ ਦਾ ਹਿੱਸਾ ਜਾਣਦੇ ਹੋ। ਉਹ ਜਦੋਂ ਉਹਨਾਂ ਨੂੰ ਫੜ ਲਿਆ ਗਿਆ ਤਾਂ ਇਹ ਇਲਾਹਾਬਾਦ ਦਾ ਇੱਕ ਇੰਡੀਪੈਂਡੈਂਟ ਅਖਬਾਰ ਲਿਖਦਾ ਹੈ, ਉਹਦਾ ਸਬ ਐਡੀਟਰ ਸੀ ਸੁੰਦਰਮ। ਕਹਿੰਦਾ ਜਦੋਂ ਉਹਨੇ ਆ ਕੇ ਇੱਕ ਸਵਾਲ ਕੀਤਾ ਵੀ ਪ੍ਰਧਾਨ ਤੇ ਕਮੇਟੀ ਦੇ ਸਾਰੇ ਫੜ ਲਏ ਗਏ ਹਨ ਤੇ ਤੁਸੀਂ ਕੀ ਕਰੋਗੇ? ਉਹਨਾਂ ਨੇ ਕਿਹਾ ਪ੍ਰਧਾਨ ਤੇ ਕਮੇਟੀ ਸਾਰੇ ਰੱਬੀ ਹੁਕਮ ਦੀ ਕਾਰ ਕਰਦੇ ਹਨ, ਮੈਂਬਰ ਭਾਵੇਂ ਕੋਈ ਵੀ ਹੋਣਗੇ, ਫੈਸਲੇ ਹੋਈ ਹੋਣਗੇ ਜੋ ਅਕਾਲ ਪੁਰਖ ਦਾ ਹੁਕਮ ਹੋਵੇਗਾ। ਸਾਨੂੰ ਪਤਾ ਹੈ ਕਿ ਜਿਸ ਕਿਸੇ ਨੂੰ ਵੀ ਪ੍ਰਧਾਨ ਬਣਾਇਆ ਜਾਏਗਾ, ਵਾਹਿਗੁਰੂ ਉਸ ਨੂੰ ਕੰਮ ਦੀ ਸੂਝ ਆਪੇ ਹੀ ਦੇ ਦੇਵੇਗਾ। ਇਸ ਮੋਰਚੇ ਨੂੰ ਸੇਧ ਦੇਣ ਪਿੱਛੇ ਵੀ ਕੋਈ ਗੁਪਤ ਸਮਰੱਥਾ ਕੰਮ ਕਰਦੀ ਹੈ, ਜੋ ਉਹਨੇ ਜਵਾਬ ਦਿੱਤਾ। ਇਸ ਤਰ੍ਹਾਂ ਇਹ ਲਹਿਰ ਜਿਹੜੀ ਸੀ ਅੱਗੇ ਨੂੰ ਚਲਦੀ ਰਹੀ, ਅੱਗੇ ਨੂੰ ਤੁਰਦੀ ਰਹੀ। ਇਹ ਮੋਰਚੇ ਦੇ ਵਿੱਚ ਜਿੱਥੋਂ ਹੁਣ ਅਗਲੀ ਜਿਹੜੀ ਗੱਲ ਆਉਂਦੀ ਹੈ ਉਹ ਸ਼ਹੀਦੀ ਜਥੇ ਤੋਂ ਗੱਲ ਚੱਲਦੀ ਹੈ। ਭਾਈ ਫੇਰੂ ਦੇ ਜੇਤੂ ਨੂੰ ਰੋਜ਼ 25-25 ਸਿੰਘਾਂ ਦੇ ਜਥੇ ਭੇਜਦੇ ਰਹਿਣ ਤੋਂ ਬਾਅਦ ਕੋਈ ਜਦੋਂ ਰਿਜ਼ਲਟ ਨਾ ਨਿਕਲਿਆ ਤਾਂ ਕੌਮ ਦੇ ਜਿਹੜੇ ਬਚੇ ਹੋਏ ਆਗੂ ਸਨ ਉਹਨਾਂ ਨੂੰ ਡੂੰਘੀ ਸੋਚ ਵਿੱਚ ਪਾ ਦਿੱਤਾ। ਉੱਥੇ ਹੁਣ ਇਹ ਗੱਲ ਹੋਈ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਉਸ ਵੇਲੇ ਜਥੇਬੰਦੀ ਦਾ ਸਤਿਕਾਰ ਵੀ ਬੜਾ ਸੀ। ਅੱਜ ਤਾਂ ਅਸੀਂ ਹਰ ਜਿਹੜਾ ਜਨਾਖਣਾ ਅਸੀਂ ਉੱਠਦੇ ਆ ਤੇ ਆਪਣੀ ਮੇਨ ਜਥੇਬੰਦੀ ਨੂੰ ਵੀ ਕਮਜ਼ੋਰ ਕਰਨ ਨੂੰ ਤਿਆਰ ਹੁੰਦੇ ਆ, ਪਰ ਉਹ ਜਥੇਬੰਦੀ ਨਵੀਂ ਬਣੇ ਸੀ ਤੇ ਉਦੋਂ ਉਹਨਾਂ ਦਾ ਸਤਿਕਾਰ ਵੀ ਬੜਾ ਸੀ ਵੀ ਜੋ ਉਹ ਕਹਿੰਦੇ ਸਨ ਉਹ ਹੁੰਦਾ ਸੀ। ਫੈਸਲਾ ਕੀਤਾ ਗਿਆ ਕਿ 25 ਦੀ ਬਜਾਏ 500 ਸਿੰਘਾਂ ਦੇ ਜਥੇ ਗੁਰਦੁਆਰਾ ਗੰਗਸਰ ਜੈਤੋ ਨੂੰ ਭੇਜੇ ਜਾਣ ਤੇ ਪਹਿਲਾ ਸ਼ਹੀਦੀ ਜੱਥਾ 21 ਫਰਵਰੀ 1 ਸਾਲ ਉਦੋਂ ਹੋ ਗਿਆ ਸੀ, 3 ਸਾਲ ਹੋ ਗਏ ਸੀ 1924 ਨੂੰ ਜੈਤੋ ਪੁੱਜੇ। ਜਦੋਂ ਨਨਕਾਣਾ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਸਾਕਾ ਵਰਦਾ 20 ਫਰਵਰੀ 1921 ਨੂੰ। ਨਨਕਾਣਾ ਸਾਹਿਬ ਗੁਰਦੁਆਰਾ ਦਾ ਕਬਜ਼ਾ ਮਿਲਦਾ ਹੈ 21 ਫਰਵਰੀ 1921 ਨੂੰ। ਉਸ ਦੀ ਯਾਦ ਵਿੱਚ, ਉਸ ਸ਼ਹੀਦਾਂ ਦੀ ਯਾਦ ਵਿੱਚ ਇਹ ਫੈਸਲਾ ਹੋਇਆ ਵੀ 21 ਫਰਵਰੀ 1921 ਨੂੰ ਇਹ ਗੁਰਦੁਆਰਾ ਜੱਥਾ 500 ਸਿੰਘਾਂ ਦਾ ਸ਼ਹੀਦੀ ਜੱਥਾ ਗੁਰਦੁਆਰਾ ਜੈਤੋ ਪਹੁੰਚੇ ਤੇ ਗੁਰਦੁਆਰੇ ਤੇ ਕਬਜ਼ਾ ਕਰਕੇ ਅਖੰਡ ਪਾਠ ਸਾਹਿਬ, ਜਨਮ ਸਥਾਨ ਨਨਕਾਣਾ ਸਾਹਿਬ ਦੇ ਸ਼ਹੀਦੀ ਮਗਰੋਂ ਗੁਰਦੁਆਰੇ ਦਾ ਕਬਜ਼ਾ ਵੀ 21 ਫਰਵਰੀ 1921 ਨੂੰ ਹੀ ਲਿਆ ਗਿਆ ਸੀ। ਉਹਦੇ ਨਾਲ ਇਹਨੂੰ ਰਿਲੇਟ ਕੀਤਾ ਗਿਆ। ਤੋਂ 9 ਫਰਵਰੀ ਨੂੰ ਪਹਿਲਾ ਜੱਥਾ 500 ਸਿੰਘਾਂ ਦਾ ਅਕਾਲ ਤਖਤ ਸਾਹਿਬ ਤੋਂ ਅਰਦਾਸਾ ਸੋਧ ਕੇ ਚੱਲਿਆ ਕਿ ਗੰਗਸਰ ਵਿੱਚ ਅਖੰਡ ਪਾਠ ਕਰਨਗੇ। ਐਸਾ ਕਰਨ ਹਿੱਤ ਜੋ ਵੀ ਮੁਸੀਬਤਾਂ ਸਹਿਣੀਆਂ ਪੈਣ ਉਹਨਾਂ ਬਿਨਾਂ ਮੁਕਾਬਲਾ ਕੀਤੇ ਸਹਿਣਗੇ। ਜਥੇਦਾਰ ਸਾਹਿਬ ਅਕਾਲ ਤਖਤ ਵਿੱਚ ਇਹਨਾਂ ਦੇ ਮਨ ਬਚਨ ਕਰਮ ਕਰਕੇ ਮੁਕਾਬਲਾ ਨਾ ਕਰਨ ਦਾ ਹੁਕਮ ਦਿੱਤਾ ਗਿਆ ਤੇ ਜਿਸ ਤੋਂ ਪ੍ਰਣ ਲੈ ਕੇ ਜੱਥਾ ਅੱਗੇ ਨੂੰ ਤੁਰ ਪਿਆ। 9 ਤੋਂ 20 ਫਰਵਰੀ ਤੱਕ ਜੱਥਾ ਪੈਦਲ ਕਈ ਪਿੰਡਾਂ ਵਿੱਚ ਪਤਾ ਕਰਦਾ ਹੋਇਆ ਤੁਰਦਾ ਰਿਹਾ ਤੇ ਇਸ ਜੱਥੇ ਦੇ ਵਿੱਚ ਹਜ਼ਾਰਾਂ ਦੇ ਲੋਕ ਹੋਰ ਰਸਤੇ ਵਿੱਚ ਇਕੱਠੇ ਹੁੰਦੇ ਗਏ। ਦੀਵਾਨ ਲੱਗਦੇ, ਸੰਗਤਾਂ ਸੇਵਾ ਕਰਦੀਆਂ। ਸਰਕਾਰ ਨੇ ਭਾਵੇਂ ਪਾਬੰਦੀਆਂ ਲਾਈਆਂ ਹੋਈਆਂ ਸੀ, ਸਾਰਿਆਂ ਨੂੰ ਆਉਣ ਤੋਂ ਰੋਕਿਆ ਵੀ ਗਿਆ, ਹੋਰ ਲੋਕਾਂ ਨੂੰ ਸ਼ਾਮਲ ਹੋਣ ਤੋਂ ਵੀ ਰੋਕਿਆ ਗਿਆ, ਪਰ ਲੋਕ ਜਿਹੜੇ ਸੀ ਕਿਸੇ ਨਾ ਕਿਸੇ ਢੰਗ ਨਾਲ ਉੱਥੇ ਪਹੁੰਚ ਜਾਂਦੇ ਸਨ। ਤੁਹਾਨੂੰ ਯਾਦ ਹੋਏਗਾ 1984 ਤੋਂ ਬਾਅਦ 2 ਮਹੀਨਿਆਂ ਬਾਅਦ ਇੱਕ ਕਨਵੈਨਸ਼ਨ ਕੀਤੀ ਸ਼ਹੀਦਾਂ ਦੇ ਗੁਰਦੁਆਰੇ ਜਿੱਥੇ ਬਾਬਾ ਦੀਪ ਸਿੰਘ ਸ਼ਹੀਦਾ ਗੁਰਦੁਆਰਾ ਹੈ, ਤਾਂ ਸਰਕਾਰ ਨੇ ਆਸ-ਪਾਸ ਸਾਰਾ ਕੁਝ ਬੰਦ ਕਰ ਦਿੱਤਾ, ਟੋਟਲ ਬਿਲਕੁਲ। ਤੇ ਬਾਰਿਸ਼ ਵੀ ਬਹੁਤ ਜ਼ਿਆਦਾ। ਮੈਨੂੰ ਯਾਦ ਹੈ ਉਹ ਗੱਲ, ਉਹ ਦਿਨ ਯਾਦ ਨੇ ਵੀ
ਲੱਖਾਂ ਦਾ ਸਿੱਖ ਜਿਹੜਾ ਸੀ ਰਿੰਗ ਰਿੰਗ ਕੇ ਆਪਣੇ ਗੋਡੇ ਰਗੜ ਰਗੜ ਕੇ ਵੀ ਉਸ ਗੁਰਦੁਆਰੇ ਜਿਹੜਾ ਸੀ ਪਹੁੰਚ ਗਿਆ ਸੀ। ਤੇ ਸਿੱਖ ਜਦੋਂ ਦਾ ਜਜ਼ਬਾ ਇੰਨਾ ਹੈ ਸਿੱਖਾਂ ਦੇ ਅੰਦਰ, ਇਸ ਜਜ਼ਬੇ ਨੂੰ ਛੇਤੀ ਦਬਾਇਆ ਨਹੀਂ ਜਾਂਦਾ, ਨਾ ਦਬਾਇਆ ਜਾ ਸਕਦਾ। ਇਹ ਹਮੇਸ਼ਾ ਆਪਣੇ ਧਰਮ ਦੇ ਲਈ ਕੁਰਬਾਨ ਹੋਣ ਲਈ ਤਿਆਰ ਹੁੰਦੇ। ਤੇ ਹੁਣ ਮੈਂ ਇੱਥੇ ਜ਼ਿਕਰ ਕਰਦਾ ਵੀ 20 ਫਰਵਰੀ ਨੂੰ ਬਰਗਾੜੀ ਪਿੰਡ, ਉਹ ਬਰਗਾੜੀ ਜਿੱਥੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਆ, ਹੁਣ ਜਿਹੜੇ 5 ਸਾਲ 2015 ਦੇ ਵਿੱਚ, ਬਰਗਾੜੀ ਪਿੰਡ ਇੱਕ ਇਤਿਹਾਸਿਕ ਪਿੰਡ ਹੈ ਜਿੱਥੋਂ ਇਹ ਉਸ ਗੁਰਦੁਆਰਾ, ਇਤਿਹਾਸਿਕ ਗੁਰਦੁਆਰਾ ਜਿੱਥੇ ਗੁਰੂ ਸਾਹਿਬ ਦਾ ਹੁਣ ਸਰੂਪ ਚੋਰੀ ਹੋਇਆ, ਜਿੱਥੋਂ ਸਰਕਾਰ ਦੇ ਪਤਨ ਸ਼ੁਰੂ ਹੋਏ ਤੇ ਜਿਹੜੇ ਪੱਤਰੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਖਿਲਾਰੇ ਗਏ ਗਲੀਆਂ ਦੇ ਵਿੱਚ, ਜਿਹੜਾ ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਦੀਆਂ ਦੀ, ਇਹ ਉਹ ਬਰਗਾੜੀ ਪਿੰਡ ਦੇ ਵਿੱਚ ਜੱਥਾ ਆਖਰੀ ਪੜਾਅ ਇੱਥੇ ਇਹਨੇ ਕਰਨਾ ਸੀ। 21 ਤਰੀਕ ਸਵੇਰੇ ਆਸਾ ਕੀ ਵਾਰ ਦੇ ਕੀਰਤਨ ਤੋਂ ਬਾਅਦ ਜੱਥੇ ਨੇ ਜੈਤੋ ਵੱਲ ਨੂੰ ਕੂਚ ਕਰ ਲਿਆ। ਜੈਤੋ ਇੱਥੋਂ 5-6 ਮੀਲ ਹੀ ਹੈ, ਕੋਈ ਬਹੁਤਾ ਦੂਰ ਨਹੀਂ ਹੈ। ਬਰਗਾੜੀ ਉਸੇ ਰੋਡ ਦੇ ਉੱਤੇ ਹੀ ਪੈਂਦਾ। ਮੈਨੂੰ ਵੀ ਜਾਣ ਦਾ ਸਮਾਂ ਮਿਲਿਆ, ਮੈਂ ਦਰਸ਼ਕੋਸ ਗੁਰਦੁਆਰੇ ਬਰਗਾੜੀ ਜਦੋਂ ਇਹ ਮੋਰਚਾ ਸੀ, ਜਦੋਂ ਲੱਗਾ ਤਾਂ ਜਾਣ ਦਾ ਸਮਾਂ ਮਿਲਿਆ। ਤੇ ਇਹ ਉੱਥੋਂ 5-6 ਮੀਲ ਦੀ ਦੂਰੀ ਤੇ ਜੈਤੋ ਦਾ ਇੱਥੋਂ ਤਕਰੀਬਨ ਗਿਣਤੀ ਹੈ। तो हज़ारां की गिनती संगतां बीबियां भी शामिल सी। जत्थे दे दोहें पासे नाल नाल जा रही सन। डॉक्टर किचलू जिहड़ा कांग्रेस का नेता सी, प्रिंसीपल गिडवानी, न्यूयॉर्क टाइम के प्रतिनिध मिस्टर जमिंद, वो भी जत्थे दे नाल नाल जा रहे सन। नाभा राज की हद अंदर दाखिल होने ते कांग्रेसी नेतावां नूं तो उत्थे रोक लिया गया। जत्थे दे अगे पंज सिंह निशान साहब चुकी जाते सन। चार चार दियां लाइनां बना के जत्था चल रहा सी। जत्थे दे विचाले गुरु ग्रंथ साहब जी की पालकी सी। द्वारा गंगसर नूं जाण वाले रस्ते ते सारियां तारां अगे लगियां होईयां सी। पुलिस दा पहरा ते किले दे गुरुद्वारे दे पास ही किले ते मशीन गन्नां बीड़ियां होईयां सन। इस तरह हर बन्ने फौज ते बंदूकां जिहड़ियां ओह सिद्धियां कीतियां गईयां। विलियम जॉनस्टन एंड जिहड़ा उत्थे मजिस्ट्रेट होर अफसर जिहड़े उत्थे मौजूद सन, जिहड़ा उस वेले एडमिनिस्ट्रेटर मेन सी उत्थे विलियम जॉनस्टन। जत्था तो टिब्बी साहब तो 1.5 गज दी पिछे ही सी कि एक अफसर ने जत्थे नूं अगे वधण तो रोकिया ते इह कहा कि अगे वधेगो कि गोली चलेगी। हुक्म सब ने सुनिया पर जत्था रुकिया नहीं ते टिब्बी वाल गुरुद्वारा साहब टिब्बी साहब वाल नूं वधदा गया। एडमिनिस्ट्रेटर वालों जो झंडी दिते जान ते बस तिन्ना पासियों तो गोली चलनी शुरू हो गई। थोड़ा कि देर पा के दूजी बार फिर गोली चली। 5 मिनट गोली चलती रही पर जत्था फिर भी इस शांति के नाल जो बचते जे जो गोली खा के डिग पे उन्होंने उठाया ना जा सकिया, उत्थे छड्ड के अगे वधणों नहीं रुकिया। ते जत्थे दे सिंघां तो इलावा दो ही पासे संगतां जिहड़ियां सी वो भी जांदियां सन। एक बीबी जिहदी गोदी च बच्चा गोली लगन नाल मर गया सी, वो बीबी भी अगे ताईं वधदी रही। उहदा बीबी किशनी जां किशन कौर दा नाम उस बीबी का इतिहास विच आउंदा है। श्री गुरु ग्रंथ साहब की पालकी नूं गोली की मार तो बचाउंदे रहे सिख। गोली बंद होने तक सारी संगत टिब्बी साहब पहुंच चुकी थी। हुण जख्मी हुए जिहड़े शहीद ते डिगे हुए जत्थे सिंघां नूं पटड़ा नूं चुक के टिब्बी साहब लिआउण दा गल शुरू हुई। कई थां ते जतन माफ करना जी। इस तरह ये जत्था जिहड़ा सी अगे वधदा गया ते ये गुरुद्वारा जिहड़ा सी ये सिखां ने जिहड़ा आजाद करा लिया। इत्थे ये कह सकते हैं असीं ये गल कह सकते हैं कि ये मोर्चा जिहड़ा राजनीतिक पक्ष तो लगा सी ते इस धार्मिक मसला बन गया। टिब्बी साहब दे क्योंकि जान की किसी को याद है नहीं सी, मौतां दा सही अंदाजा नहीं लग सके भी कितनियां शहीदियां होईयां जां किन्ने क मरे। ते श्रोमणी कमेटी के अनुमान के अनुसार 300 सिंघां नूं गोली का निशाना बनन जां मारे जाण की गल फट्टड़ होने की गल है। पर जिन्हां विचों तकरीबन 150 के करीब जां 140 तो बाद गिनती वक्री वक्री आउंदी है क्योंकि उत्थे जाण की इजाजत नहीं सी, उहदी गिनती पूरी हो नहीं सकी। तो किन्ने शहीदियां होईयां भी साडा इतिहास अजे तक अजे सानूं दस नहीं सकिया। ये कह सकते हैं कि 140-150 के करीब जिहड़ी शहादतां होईयां, 300 के करीब बंदे उत्थे जख्मी होए, जिहड़ियां नूं उत्थे मलम पट्टी जिहड़ी सी ओह फिर कीती गई। तो इस ये आपां कह सकते हैं कि जिहड़े डॉक्टर किचलू ते गिडवानी जिहड़े जत्थे दे नाल नाभा राज दाखिल होए सी, गोली जदों गोली चलदी सुनी तां अगे वधे, उन्हां नूं फड़ लिया गया, उन्हां नूं नाभे दी जेल च भेज दित्ता गया। डॉक्टर किचलू नूं तां 1 महीना कोठड़ी च बंद रख के बिना मुकदमा चलाए छड़ दित्ता गया। परंतु गिडवानी दे 2.5 साल की कैद जो सितंबर 1923 पंडित नेहरू के नाल जेतों आउण दी बोली गई सी, वो बहाल कर दित्ती गई
ਤੇ ਨਾਭਾ ਜੇਲ੍ਹ ਦੇ ਵਿੱਚ ਉਹਨੂੰ ਰੱਖਿਆ ਗਿਆ। ਤੇ ਹੁਣ ਇਹ ਖਬਰ ਸਾਰੇ ਪਾਸੇ ਫੈਲ ਗਈ ਜਦੋਂ ਸ਼ਹਾਦਤਾਂ ਹੋਈਆਂ ਤੇ ਖਬਰ ਜਿਹੜੀ ਸਾਰੇ ਪਾਸੇ ਚੱਲ ਗਈ। ਤਾਂ ਫਿਰ ਇਹ ਸਿੱਖਾ ਜਿਹੜਾ ਚੱਲ ਪਈ ਗੱਲ ਵੀ ਨਾਭੇ ਨੂੰ ਜ਼ਰੂਰ ਜਾਵਾਂਗਾ ਭਾਵੇਂ ਸਿਰ ਕੱਟ ਜਾਏ ਮੇਰਾ। ਫਿਰ ਹੋਰ ਜੱਥੇ ਭੇਜਣੇ ਸ਼ੁਰੂ ਕੀਤੇ ਤੇ 21 ਫਰਵਰੀ ਦੇ ਸਾਕੇ ਮਗਰੋਂ ਗੁਰਦੁਆਰਾ ਕਮੇਟੀ ਵੱਲੋਂ ਦੂਜਾ 500 ਜੱਥਾ ਦਾ ਜਿਹੜਾ ਸੀ ਉਹ ਸ਼ਹੀਦ ਭੇਜਿਆ ਗਿਆ। 28 ਫਰਵਰੀ 1924 ਨੂੰ ਅੰਮ੍ਰਿਤਸਰ ਤੋਂ ਇਹ ਜੱਥਾ ਪੈਦਲ ਰਵਾਨਾ ਹੋਇਆ। ਪਹਿਲੇ ਜੱਥੇ ਉੱਪਰ ਗੋਲੀਆਂ ਸਿੱਖਾਂ ਨੂੰ ਹੋਰ ਪੱਕਾ ਕਰ ਦਿੱਤਾ ਸੀ ਤੇ ਫੈਸਲਾ ਕੀਤਾ ਕਿ ਜਦ ਤੱਕ 101 ਪਾਠ ਨਾ ਹੋ ਜਾਣਗੇ ਆਪਸ ਨਹੀਂ ਮੁੜਾਂਗੇ। ਤੋਂ 21 ਫਰਵਰੀ ਨੂੰ ਹੋਏ ਇਸ ਭਿਆਨਕ ਸਾਕੇ ਨੂੰ ਜਿਹੜਾ ਅਸੀਂ ਮੁੱਖ ਰੱਖਦਿਆਂ ਹੋਇਆ ਦੂਜਾ ਜੱਥਾ ਫਿਰ ਤੋਂ ਭੇਜਿਆ ਗਿਆ। ਪਰ ਸਰਕਾਰ ਜਿਹੜੀ ਸੀ ਉਹਨੇ ਰੋਕਣ ਦਾ ਯਤਨ ਕੀਤਾ, ਪਰ ਸਿੱਖ ਜਿਹੜੇ ਸੀ ਉਹੀ ਲੱਗੇ ਪੈਦਲ ਅੱਗੇ ਤੁਰਦੇ ਗਏ। ਇਹ ਜੱਥਾ ਵੀ ਕਈ ਥਾਈਂ ਠਹਿਰਦਾ ਹੋਇਆ 22 ਮਾਰਚ ਨੂੰ ਫਿਰ ਤੀਜਾ ਜੱਥਾ 22 ਮਾਰਚ ਨੂੰ ਰਵਾਨਾ ਹੁੰਦਾ। ਫਿਰ ਅੱਗੇ ਚੌਥਾ ਜੱਥਾ 7 ਅਪ੍ਰੈਲ 1924 ਨੂੰ ਜੈਤੋ ਪਹੁੰਚਦਾ ਹੈ ਤੇ ਇੱਥੇ ਅੱਗੇ ਸਵਾਗਤ ਉੱਥੇ ਫੌਜ ਜਿਹੜੀ ਸੀ ਉਹਨੇ ਕੀਤਾ। ਫਿਰ ਉਸ ਤੋਂ ਬਾਅਦ ਜੱਥਿਆਂ ਦੀ ਹੋਰ ਗਿਣਤੀ ਚੱਲਦੀ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ 21 ਜੁਲਾਈ 1925 ਨੂੰ ਜਿਹੜਾ ਸੀ ਇਹ 27 ਅਪ੍ਰੈਲ 1925 ਨੂੰ 101 ਸਿੰਘਾਂ ਦਾ ਜੱਥਾ ਅਕਾਲ ਤਖਤ ਸਾਹਿਬ ਤੋਂ ਇਹ ਜੱਥਾ ਚੱਲਦਾ ਹੈ ਤੇ ਰਸਤੇ ਤੇ ਇਤਲਾਹ ਮਿਲਦੀ ਹੈ ਕਿ ਸਰਕਾਰ ਨੇ ਅਖੰਡ ਪਾਠ ਕਰਨ ਦੀ ਪਾਬੰਦੀ ਜਿਹੜੀ ਚੁੱਕ ਲਈ ਹੈ। ਉਹ ਜੱਥੇ ਨੇ ਪਹਿਲਾ ਅਖੰਡ ਪਾਠ 21 ਜੁਲਾਈ 1925 ਨੂੰ ਆਰੰਭ ਕੀਤਾ ਤੇ ਇਸ ਦਿਨ ਗੁਰਦੁਆਰਾ ਸਾਹਿਬ ਤੋਂ ਫੌਜ ਹਟਾ ਲਈ ਗਈ। 27 ਜੁਲਾਈ ਨੂੰ ਅਕਾਲੀ ਕੈਦੀ ਰਿਹਾ ਕਰਨੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ 14 ਸਤੰਬਰ 1923 ਨੂੰ ਗੰਗਸਰ ਅੰਦਰ ਖੰਡਿਤ ਕੀਤੇ ਗਏ ਅਖੰਡ ਪਾਠ ਨੂੰ ਹਰ ਤਰ੍ਹਾਂ ਦੀਆਂ ਪਾਬੰਦੀਆਂ ਤੋਂ ਮੁਕਤ ਕਰਾ ਕੇ ਨਵੇਂ ਸਿਰਿਓਂ ਆਰੰਭ ਕਰਨ ਲਈ ਖਾਲਸਾ ਜੀ ਨੇ ਲਗਾਤਾਰ 1 ਸਾਲ ਤੇ 10 ਮਹੀਨੇ ਘਾਲਣਾ ਘਾਲੀਆਂ। ਕਿਤਨੇ ਸਿੰਘ ਸ਼ਹੀਦ ਹੋਏ ਮੈਂ ਪਹਿਲਾਂ ਹੀ ਦੱਸਿਆ, ਪੂਰੀ ਗਿਣਤੀ ਨਹੀਂ। ਕਈਆਂ ਦੇ ਘਰ ਜ਼ਬਤ ਕਰ ਲਏ ਗਏ, ਉਹਨਾਂ ਦੀ ਕੋਈ ਗਿਣਤੀ ਨਹੀਂ। ਜੱਥੇ ਦੇ ਨਾਲ ਛੋਟੀ ਉਮਰ ਦੇ ਬੱਚੇ ਵੀ ਸਨ, ਵੱਡੇ ਜਵਾਨ ਵੀ ਸਨ। ਤੋ ਇਹ ਇੱਕ ਐਸਾ ਜੱਥਾ ਇੱਕ ਸਾਕਾ ਹੈ ਜਿਹਦੇ ਤੋਂ ਸਾਨੂੰ ਇਹ ਸੇਧ ਲੈਣੀ ਬਣਦੀ ਹੈ ਵੀ ਸਿੱਖ ਆਪਣੇ ਉੱਤੇ ਮਾਰ ਸਹਿ ਸਕਦਾ ਹੈ, ਡਾਂਗਾ ਸਹਿ ਸਕਦਾ ਹੈ, ਪਰ ਸਿੱਖ ਦੇ ਗੁਰੂ ਦੇ ਉੱਤੇ ਕੋਈ ਹੱਥ ਚੁੱਕੇ ਇਹ ਗੱਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਹ ਗੱਲ ਸਾਡੀ ਸਮਝ ਵਿੱਚ ਆਉਂਦੀ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਕਾਇਮ ਰੱਖਣ ਦੇ ਲਈ ਗੁਰੂ ਕੇ ਲਾਡਲਿਆਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ। ਭਾਵੇਂ ਇਹ ਰਾਜਨੀਤਿਕ ਤੌਰ ਤੇ ਮੋਰਚਾ ਸ਼ੁਰੂ ਹੋਇਆ ਸੀ, ਲੇਕਿਨ ਅਸਲ ਕਾਰਨ ਇਹਦਾ ਫਿਰ ਧਾਰਮਿਕ ਬਣ ਗਿਆ ਕਿ ਗੁਰੂ ਉਸ ਅਖੰਡ ਪਾਠ ਨੂੰ ਦੁਬਾਰਾ ਬਹਾਲ ਕਰਨ ਦੇ ਲਈ ਇੱਥੇ ਇਹ ਸ਼ਹਾਦਤਾਂ ਹੋਈਆਂ ਤੇ ਜਾ ਕੇ 1 ਸਾਲ 10 ਮਹੀਨੇ ਮੋਰਚਾ ਜਿਹੜਾ ਸੀ ਚੱਲਦਾ ਰਿਹਾ। ਇਸ ਤੋਂ ਬਾਅਦ ਵੱਖ-ਵੱਖ ਵਿਦਵਾਨਾਂ ਨੇ ਵੱਖਰੇ ਆਪਣੇ ਰਾਵਾਂ ਦਿੱਤੀਆਂ ਹਨ। ਉਹ ਸਮਾਂ ਨਹੀਂ ਆਪਾਂ ਜ਼ਿਕਰ ਕਰ ਸਕੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।